सुमत ज्ञान ध्यान किस कर्म ना जाना, सार न जाना तेरी सब ते वड्डा सतगुर नानक। जिन कर राखी मेरी हम अवगुण भरे, एक गुण नाही अमृत छाड़ बिखै बिख खाही। माया मोह भरम भै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुरु रामदास राखो सरनाई। एक अरदास पाठ कीरत की, गुरु रामदास राखो सरनाई। सतनाम श्री वाहेगुरु साहिब जी। कानड़ा महला चौथा। मन गुरमत रस गुण गावै गो, जेहवा एक होय लख कोटि, लख कोटि कोट त्यावै गो। रहाओ सहस फणी जप्यो सिख नागै, हर जपत्या अंत न पावै गो। तू अथाहो अत अगम अगम है, मत गुरमत मन ठहरावै गो। वाहिगुरु जी का खालसा, वाहिगुरु जी की फतेह। पतित पावन भगत वत्सल किरपा निधान सतगुरु जी। धन धन श्री गुरु ग्रंथ ਸਾਹਿਬ जी ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ, ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਭਾਈ ਜਗਜੀਤ ਸਿੰਘ ਜੀ ਦੇ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਕਾਲਜੂ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਾਲਜੂ ਦੇ ਸਮੇਂ ਵਿੱਚ ਪਰਮਾਤਮਾ ਨਾਲ ਧਿਆਨ ਜੋੜਨ ਦਾ ਜੋ ਸਭ ਤੋਂ ਵਧੀਆ ਤਰੀਕਾ ਹੈ, ਸਭ ਤੋਂ ਸੌਖਾ ਤਰੀਕਾ ਹੈ, ਉਹ ਕੀਰਤਨ ਹੈ। ਅਸੀਂ ਦੁਨਿਆਵੀ ਤੌਰ 'ਤੇ ਵੀ ਜੇ ਕਿਸੇ ਨਾਲ ਅਟੈਚਮੈਂਟ ਬਣਾਉਂਦੇ ਹਾਂ, ਪਹਿਲਾਂ ਉਸ ਨੂੰ ਦੇਖਦੇ ਹਾਂ, ਉਸ ਦੇ ਨਾਲ ਮਿਲ ਬੈਠ ਕੇ ਵਰਤ ਕੇ ਉਸ ਨੂੰ ਜਾਣ ਕੇ ਫਿਰ ਉਹਦੀਆਂ ਖੂਬੀਆਂ ਵਡਿਆਈਆਂ ਸਿਫਤਾਂ ਜਾਣ ਕੇ ਉਹਦੀਆਂ ਸਿਫਤਾਂ ਕਰਦੇ ਹਾਂ। ਜਦੋਂ ਅਸੀਂ ਕਿਸੇ ਦੀ ਵਡਿਆਈ ਕਰਦੇ ਹਾਂ, ਕਿਸੇ ਦੀ ਸਿਫਤ ਕਰਦੇ ਹਾਂ, ਕਿਸੇ ਨੂੰ ਚੰਗਾ ਕਹਿੰਦੇ ਹਾਂ, ਤਾਂ ਉਸ ਬੰਦੇ ਦੀਆਂ ਚੰਗਿਆਈਆਂ ਸਾਡੇ ਅੰਦਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਗੱਲ ਵੱਖਰੀ ਹੈ ਵੀ ਇਨਸਾਨ ਕੋਈ ਵੀ ਦੁਨੀਆ 'ਤੇ ਆਇਆ ਹੈ, ਉਹਦੇ 'ਚ ਚੰਗਿਆਈਆਂ ਵੀ ਹੁੰਦੀਆਂ ਹਨ ਅਤੇ ਬੁਰਾਈਆਂ ਵੀ ਹੁੰਦੀਆਂ ਹਨ। ਗੁਣ ਔਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਕਰਤੇ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਗੁਣ ਔਗਣ ਬਰਾਬਰ ਹੀ ਬਣਾਏ ਹੋਏ ਹਨ। ਐਸਾ ਦੁਨੀਆ 'ਤੇ ਕੋਈ ਵਿਅਕਤੀ ਨਹੀਂ ਆਇਆ ਜਿਹਦੇ ਵਿੱਚ ਇਕੱਲੇ ਗੁਣ ਹੀ ਹੋਣ, ਔਗਣ ਨਾ ਹੋਣ। ਐਸਾ ਵੀ ਕੋਈ ਬੰਦਾ ਨਹੀਂ ਆਇਆ ਇਕੱਲੇ ਔਗਣ ਹੀ ਹੋਣ, ਗੁਣ ਨਾ ਹੋਣ। ਹਰ ਗੁਣੀ ਬੰਦੇ ਵਿੱਚ ਔਗਣ ਹੁੰਦਾ ਹੈ, ਹਰ ਔਗਣਿਆਰੇ ਵਿੱਚ ਕੋਈ ਗੁਣ ਹੁੰਦਾ ਹੈ। ਐਸਾ ਵਾਹਿਗੁਰੂ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਦਾ ਬਣਾਇਆ ਹੋਇਆ ਵਿਧਾਨ ਹੈ। ਪਰ ਜਿਸ ਪਰਮੇਸ਼ਰ ਨੇ ਇਹ ਸੰਸਾਰ ਦਾ ਇਹ ਵਿਧਾਨ ਬਣਾਇਆ ਹੈ, ਉਹ ਗੁਣਾਂ ਦਾ ਸਾਗਰ ਹੈ। ਜੇ ਅਸੀਂ ਗੁਣ ਲੈਣਾ ਚਾਹੁੰਦੇ ਹਾਂ ਤਾਂ ਉਸ ਗੁਣੀ ਨਿਧਾਨ ਦਾ ਕੀਰਤਨ ਕਰੀਏ, ਉਸ ਦੀ ਵਡਿਆਈ ਕਰੀਏ, ਉਸ ਨੂੰ ਵੱਡਾ ਕਰਕੇ ਸਲਾਹੀਏ, ਤਾਂ ਫਿਰ ਉਹਦੀਆਂ ਵਡਿਆਈਆਂ, ਉਹਦੀਆਂ ਖੂਬੀਆਂ, ਉਹਦੀਆਂ ਚੰਗਿਆਈਆਂ ਸਾਡੇ 'ਚ ਆਉਣਗੀਆਂ
ਅਸੀਂ ਵੀ ਚੰਗੇ ਬਣ ਜਾਵਾਂਗੇ। ਐਸਾ ਨਿਯਮ ਹੈ ਕੁਦਰਤ ਦਾ, ਜੈਸਾ ਸੇਵੈ ਤੈਸੋ ਹੋਏ। ਜਿਹੋ ਜਿਹੇ ਬੰਦੇ ਦੀ ਆਪਾਂ ਸੇਵਾ ਕਰਦੇ ਹਾਂ, ਜਿਹੋ ਜਿਹੇ ਬੰਦੇ ਦੀ ਆਪਾਂ ਸੰਗਤ ਕਰਦੇ ਹਾਂ, ਜਿਹੋ ਜਿਹੇ ਬੰਦੇ ਦੀ ਅਸੀਂ ਸਿਫਤ ਸਲਾਘਾ ਕਰਦੇ ਹਾਂ, ਉੱਦਾਂ ਦੇ ਬਣ ਜਾਂਦੇ ਹਾਂ। ਜੇ ਪਰਮੇਸ਼ਰ ਦੀ ਸਿਫਤ ਕਰਾਂਗੇ, ਪਰਮੇਸ਼ਰ ਦਾ ਸਿਮਰਨ ਕਰਾਂਗੇ, ਪਰਮੇਸ਼ਰ ਦਾ ਧਿਆਨ ਕਰਾਂਗੇ, ਤਾਂ ਪਰਮੇਸ਼ਰ ਵਰਗੇ ਹੀ ਬਣ ਜਾਵਾਂਗੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੋ ਸਾਧ ਸੰਗਤ ਜੀ, ਸਾਧ ਸੰਗਤ ਵਿੱਚ ਆਉਣ ਦਾ, ਕਥਾ ਕੀਰਤਨ ਸੁਣਨ ਦਾ ਇਹੀ ਪ੍ਰਯੋਜਨ ਹੈ। ਠੀਕ ਹੈ ਵੀ ਅਸੀਂ ਬਹੁਤੇ ਲੋਕ ਦੇਖਾ ਦੇਖੀ ਹੀ ਸੰਸਾਰ ਦੇ ਵਿੱਚ ਧਰਮ ਨਾਲ ਜੁੜਦੇ ਹਾਂ, ਪਰ ਫਿਰ ਵੀ ਜੇ ਸਹੀ ਮਕਸਦ ਨੂੰ ਕੋਈ ਸਮਝੇ, ਕਿਸੇ ਤਰੀਕੇ ਨਾਲ ਕਿਸੇ ਸਾਧੂ ਦੀ, ਮਹਾਪੁਰਸ਼ ਦੀ ਸੰਗਤ ਕਰਕੇ ਅੰਦਰਲਾ ਜਾਗ ਪਵੇ, ਅੰਦਰੋਂ ਬੰਦੇ ਦੀ ਰੂਹ ਨੂੰ ਕੋਈ ਝਲੂਣਾ ਆ ਜਾਵੇ, ਤੇ ਉਸ ਨੂੰ ਸਮਝ ਆ ਜਾਵੇਗੀ ਵੀ ਮੈਂ ਇਸ ਦੁਨੀਆ ਤੇ ਕੀ ਕਰਨ ਆਇਆ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਤੀ ਚੱਲੀ ਰਹਿਣ। ਜ਼ਿੰਦਗੀ ਦੀ ਰਾਤ ਬੀਤ ਰਹੀ ਹੈ, ਸਮਾਂ ਬਹੁਤ ਨੇੜੇ ਆ ਗਿਆ ਹੈ। ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ। ਅਸੀਂ ਇਸ ਗੱਲ ਨੂੰ ਨਹੀਂ ਸਮਝਦੇ, ਕਿਉਂਕਿ ਪ੍ਰਮਾਤਮਾ ਦਾ, ਵਾਹਿਗੁਰੂ ਦਾ, ਪਰਮੇਸ਼ਰ ਦਾ ਐਸਾ ਮਾਇਆ ਜਾਲ ਸਾਨੂੰ ਪਿਆ ਹੋਇਆ ਹੈ ਵੀ ਸਾਨੂੰ ਇਹ ਸੰਸਾਰ ਵਿੱਚੋਂ ਜਾਣਾ ਚੇਤੇ ਨਹੀਂ ਆਉਂਦਾ, ਇੱਥੇ ਰਹਿਣਾ ਹੀ ਚੇਤੇ ਆਉਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਬਰ ਵਰਤਾਇਆ। ਐਸਾ ਮਾਇਆ ਜਾਲ ਪਿਆ ਹੈ, ਵੈਸਾ ਮਾਇਆ ਨੇ ਆਪਣਾ ਹੁਕਮ ਸਾਡੇ ਤੇ ਪਾਇਆ ਹੈ। ਵਾਹਿਗੁਰੂ ਦੀ ਲਿਵ ਟੁੱਟ ਗਈ ਹੈ, ਉਹ ਧਿਆਨ ਪਰਮੇਸ਼ਰ ਦਾ ਸਾਨੂੰ ਛੁੱਟ ਗਿਆ ਹੈ, ਤੇ ਮਾਇਆ ਦੀ ਤ੍ਰਿਸ਼ਨਾ ਲੱਗ ਗਈ ਪਦਾਰਥਾਂ ਦੀ। ਆ ਵੀ ਮੇਰੇ ਕੋਲ ਹੋਵੇ, ਆ ਵੀ ਹੋਵੇ, ਗੱਡੀਆਂ ਹੋਣ, ਕਾਰਾਂ ਹੋਣ, ਬੰਗਲੇ ਹੋਣ, ਵਪਾਰ, ਬਿਜ਼ਨਸ, ਪੈਸਾ, ਬੈਂਕ ਬੈਲੈਂਸ, ਧੀਆਂ ਪੁੱਤਰ, ਇਹਨਾਂ ਚੀਜ਼ਾਂ ਵਿੱਚ ਸਾਰੀ ਜ਼ਿੰਦਗੀ ਬੰਦਾ ਲੰਘਾ ਦਿੰਦਾ ਹੈ। ਅਸਲ ਜਿਹੜਾ ਪ੍ਰਯੋਜਨ ਹੈ ਆਤਮਾ ਪਰਮਾਤਮਾ ਨੂੰ ਮਿਲਣ ਦਾ, ਜਿਹੜਾ ਮਨੁੱਖਾ ਜਨਮ 'ਚ ਹੀ ਹੋ ਸਕਦਾ। ਬਾਕੀ ਜੂਨਾਂ ਦੇ ਵਿੱਚ ਖਾਣਾ ਪੀਣਾ ਸੌਣਾ ਦਾ ਬਰਾਬਰ ਹੈ, ਬੰਦੇ ਵਰਗਾ ਹੀ ਹੈ, ਪਰ ਬਾਕੀ ਜੂਨਾਂ ਵਿੱਚ ਬੰਦੇ ਵਾਲਾ ਗਿਆਨ ਕੋਈ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਹ ਬੰਦੇ ਇਸ ਧਰਤੀ ਤੇ ਤੇਰਾ ਰਾਜ ਹੈ। ਹੋਰ ਗੱਲਾਂ ਕਰਕੇ ਨਹੀਂ, ਇੱਕ ਗੱਲ ਕਰਕੇ ਹੈ ਵੀ ਤੈਨੂੰ ਵਾਹਿਗੁਰੂ ਨੇ ਗਿਆਨ ਦਿੱਤਾ ਹੈ, ਸੁਰਤੀ ਦਿੱਤੀ ਹੈ, ਜਿਹਦੇ ਨਾਲ ਤੂੰ ਪਰਮਾਤਮਾ ਤੱਕ, ਵਾਹਿਗੁਰੂ ਤੱਕ ਪਹੁੰਚ ਸਕਦਾ ਹੈ, ਆਪਣੇ ਜੀਵਨ ਦਾ ਮਨੋਰਥ ਪ੍ਰਾਪਤ ਕਰ ਸਕਦਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਕੀ ਸੰਗਤ 'ਚ ਬੈਠ ਕਰਕੇ ਗੁਰਬਾਣੀ ਦੇ ਕੀਰਤਨ ਦਾ ਲਾਹਾ ਲਿਆ ਹੈ। ਜੋ ਗੁਰੂ ਘਰ ਵਿੱਚ ਲੜੀਵਾਰ ਕਥਾ ਚੱਲ ਰਹੀ ਹੈ, ਸਤਿਕਾਰਯੋਗ ਸਿੰਘ ਸਾਹਿਬ ਜੀ ਰੋਜ਼ ਆਪ ਜੀ ਨੂੰ ਉਹ ਕਥਾ ਦੁਆਰਾ ਨਿਹਾਲ ਕਰਦੇ ਹਨ। ਆਓ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਦੇ ਚਰਨਾਂ 'ਚ ਸੁਰਤੀ ਜੋੜੀਏ। ਕਾਨੜੇ ਰਾਗ ਦੇ ਅੰਦਰ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਨੇ ਅਸ਼ਟਪਦੀਆਂ ਉਚਾਰਨ ਕੀਤੀਆਂ ਹਨ। 6 ਅਸ਼ਟਪਦੀਆਂ ਬਿਲਾਵਲ ਰਾਗ ਵਿੱਚ ਉਚਾਰਨ ਕੀਤੀਆਂ ਹਨ, ਤੇ 6 ਅਸ਼ਟਪਦੀਆਂ ਨਟ ਨਾਰਾਇਣ ਰਾਗ ਵਿੱਚ ਮਹਾਰਾਜ ਚੌਥੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਹਨ। 6 ਅਸ਼ਟਪਦੀਆਂ ਕਾਨੜੇ ਰਾਗ ਵਿੱਚ ਤੇ 6 ਹੀ ਅਸ਼ਟਪਦੀਆਂ ਕਲਿਆਣ ਰਾਗ ਵਿੱਚ ਹਨ। 6 ਚੌਕਾ 24 ਅਸ਼ਟਪਦੀਆਂ ਨੂੰ ਪੁਰਾਤਨ ਸਿੰਘ ਸੁਖਮਨਾ ਸਾਹਿਬ ਕਿਹਾ ਕਰਦੇ ਸਨ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ 24 ਅਸ਼ਟਪਦੀਆਂ ਦੀ ਬਾਣੀ ਦਾ ਨਾਮ ਸ੍ਰੀ ਸੁਖਮਨੀ ਸਾਹਿਬ ਹੈ, ਉਹਦਾ ਸਤਿਗੁਰੂ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮ ਦਿੱਤਾ ਹੈ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੀਆਂ 6 ਅਸ਼ਟਪਦੀਆਂ 4 ਜਗ੍ਹਾ ਤੇ ਰਾਗ ਬਿਲਾਵਲ, ਨਟ ਨਾਰਾਇਣ, ਕਾਨੜਾ ਤੇ ਕਲਿਆਣ ਵਿੱਚ ਹਨ। ਇਹ 24 ਅਸ਼ਟਪਦੀਆਂ ਨੂੰ ਪੰਥ ਦੇ ਪੁਰਾਤਨ ਮਹਾਂਪੁਰਸ਼ਾਂ ਨੇ ਸੁਖਮਨਾ ਸਾਹਿਬ ਕਹਿ ਕੇ ਸਤਿਕਾਰਿਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਵੀ ਮਹਾਨ ਕੋਸ਼ ਵਿੱਚ ਇਹ ਬਚਨ ਲਿਖਿਆ ਹੈ। ਹੋਰ ਪੁਰਾਤਨ ਜਿਹੜੇ ਗੁਰਸਿੱਖ ਹੋਏ ਨੇ,
ਉਹ ਜਿੱਥੇ ਹੋਰ ਬੇਅੰਤ ਬਾਣੀਆਂ ਦਾ ਨਿਤਨੇਮ ਕਰਿਆ ਕਰਦੇ ਸਨ। 5 ਗ੍ਰੰਥੀ, 10 ਗ੍ਰੰਥੀ, 22 ਵਾਰਾਂ ਭਗਤਾਂ ਦੀ ਬਾਣੀ, ਇੰਨੇ ਸਿੰਘ ਬਾਣੀ ਪੜ੍ਹਦੇ ਸਨ। ਪੁਰਾਤਨ ਸਿੰਘ ਅਸੀਂ ਉਹਨਾਂ ਦੇ ਸਾਹਮਣੇ ਸਾਧ ਸੰਗਤ ਜੀ ਬੜੇ ਬਾਉਣੇ ਸਿੱਖ ਹੋ ਗਏ। ਅੱਜ ਪੈਸੇ ਨਾਲ ਤਾਂ ਅਸੀਂ ਅਮੀਰ ਹੋ ਗਏ ਹਾਂ, ਬਾਣੀ ਵੱਲੋਂ ਅਸੀਂ ਗਰੀਬ ਹੋ ਗਏ। ਅਸੀਂ ਇਹੋ ਜਿਹੇ ਸਿੰਘਾਂ ਦੇ ਵੀ ਦਰਸ਼ਨ ਕੀਤੇ। 22 ਵਾਰਾਂ ਕੰਠ ਹੁੰਦੀਆਂ ਸਨ। 22 ਵਾਰਾਂ ਦੀ ਪੋਥੀ, 22 ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ। 22 ਦੀਆਂ 22 ਕੰਠ ਕੀਤੀਆਂ ਹੋਈਆਂ। ਭਗਤਾਂ ਦੀ ਬਾਣੀ ਸਾਰੀ ਕੰਠ ਕੀਤੀ ਹੋਈ, ਤੇ ਵੱਧ ਤੋਂ ਵੱਧ ਬਾਣੀ ਕੰਠ ਕਰਿਆ ਕਰਦੇ ਸੀ, ਬਾਣੀ ਜਪਿਆ ਕਰਦੇ ਸੀ। ਇਹ ਸੁਖਮਨਾ ਸਾਹਿਬ ਵੀ ਬਹੁਤ ਸਾਰੇ ਮਹਾਤਮਾ ਜਪਿਆ ਕਰਦੇ ਸਨ। ਇਸ ਬਾਣੀ ਵਿੱਚ ਸਤਿਗੁਰੂ ਰਾਮਦਾਸ ਜੀ ਨੇ ਬੜੀਆਂ ਉੱਚੀਆਂ ਉਡਾਰੀਆਂ ਲਈਆਂ ਹਨ। ਇਹ ਸੁਰਤ ਦੀਆਂ ਉਡਾਰੀਆਂ ਹਨ। ਜਦੋਂ ਕਿਸੇ ਜਗਿਆਸੂ ਦੀ, ਪ੍ਰਭੂ ਦੇ ਪਿਆਰੇ ਦੀ ਵਾਹਿਗੁਰੂ ਨਾਲ ਸੁਰਤ ਜੁੜਦੀ ਹੈ, ਉਹਦੇ ਅੰਦਰ ਕਿਹੋ ਜਿਹੇ ਅਚਰਜ ਖਿਆਲ ਪੈਦਾ ਹੁੰਦੇ ਨੇ, ਕਿੱਦਾਂ ਦਾ ਆਨੰਦ ਤੇ ਖੇੜਾ ਪੈਦਾ ਹੁੰਦਾ ਹੈ, ਇਹਨਾਂ ਪਾਵਨ ਅਸ਼ਟਪਦੀਆਂ ਵਿੱਚੋਂ ਪਤਾ ਚੱਲੇਗਾ। ਆਓ ਸਤਿਗੁਰੂ ਰਾਮਦਾਸ ਸੋਢੀ ਸੁਲਤਾਨ ਜੀ, ਜਿਨ੍ਹਾਂ ਨੇ ਆਪਣੇ ਗੁਰਦੇਵ ਦੀ, ਧੰਨ ਗੁਰੂ ਅਮਰਦਾਸ ਸਾਹਿਬ ਦੀ 22 ਸਾਲ ਸੇਵਾ ਕੀਤੀ ਹੈ। ਇੱਕ ਦਿਨ ਵੀ ਸਾਧ ਸੰਗਤ ਜੀ ਅਸੀਂ ਗੁਰੂ ਘਰ ਦੀ ਸੇਵਾ ਸਹੀ ਮਾਇਨਿਆਂ 'ਚ ਨਹੀਂ ਕਰ ਸਕਦੇ। ਖੜੇ ਕਰੈ ਹਰ ਚਾਕਰੀ, ਬਿਨ ਨਾਮੈ ਹੋਰ ਨਾ ਪਾਇਆ। ਜਿਨ੍ਹਾਂ ਨੇ ਹਰ ਵੇਲੇ ਹੱਥ ਜੁੜੇ ਰਹਿਣ, ਹਰ ਵੇਲੇ ਸਿਰ ਝੁਕਿਆ ਰਹੇ ਗੁਰੂ ਦੇ ਭਾਣੇ ਵਿੱਚ। ਜਿੱਥੇ ਗੁਰੂ ਖੜਾ ਕਰੇ ਉੱਥੇ ਖਲੋ ਜਾਣਾ, ਜਿੱਥੇ ਗੁਰੂ ਭੇਜੇ ਉੱਥੇ ਚਲੇ ਜਾਣਾ। ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਇੱਕ ਵਾਰੀ ਮੁਤਸਬੀ ਲੋਕਾਂ ਨੇ ਸ਼ਿਕਾਇਤ ਕੀਤੀ ਸੀ। ਅਕਬਰ ਬਾਦਸ਼ਾਹ ਨੂੰ ਪੰਜਾਬ ਦੇ ਖੱਤਰੀ ਤੇ ਪੰਜਾਬ ਦੇ ਬਾਹਮਣ ਇਕੱਠੇ ਹੋਏ, ਉੱਚ ਜਾਤੀਆਂ ਦੇ, ਜਿਹੜੇ ਆਪਣੇ ਆਪ ਨੂੰ ਬੜੇ ਧਾਰਮਿਕ ਸਮਝਦੇ ਸਨ। ਮੈਂ ਬੇਨਤੀ ਕਰਾਂ, ਕੋਈ ਵੀ ਧਰਮ ਸਾਰਾ ਦਾ ਸਾਰਾ ਮਾੜਾ ਨਹੀਂ ਹੁੰਦਾ, ਤੇ ਸਾਰੇ ਦੇ ਸਾਰੇ ਕਿਸੇ ਵੀ ਧਰਮ ਦੇ ਵਿੱਚ ਬੰਦੇ ਚੰਗੇ ਨਹੀਂ ਹੁੰਦੇ। ਕਿਸੇ ਧਰਮ ਵਿਸ਼ੇਸ਼ ਨੂੰ, ਜਾਤੀ ਵਿਸ਼ੇਸ਼ ਨੂੰ ਸਾਰੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਚੰਗੇ ਸੁਹਿਰਦ ਬੰਦੇ ਵੀ ਹੁੰਦੇ ਨੇ ਤੇ ਈਰਖਾਲੂ ਬੰਦੇ ਵੀ ਹੁੰਦੇ ਨੇ। ਈਰਖਾਲੂ ਲੋਕਾਂ ਨੇ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਮਹਾਰਾਜ ਨੇ ਸਾਡਾ ਧਰਮ ਭ੍ਰਿਸ਼ਟ ਕਰ ਦਿੱਤਾ ਹੈ, ਸਾਡੀ ਮਰਜ਼ਾਦਾ ਦਾ ਉਲੰਘਣ ਕਰ ਰਹੇ ਹਨ। ਵੇਦਾਂ ਸ਼ਾਸਤਰਾਂ ਤੇ ਗਾਇਤਰੀ ਦੇ ਮੰਤਰ ਦਾ ਜਾਪ ਛਡਾ ਕੇ ਆਪਣਾ ਹੀ ਮੰਤਰ ਵਾਹਿਗੁਰੂ ਬਣਾ ਲਿਆ ਹੈ, ਆਪਣੇ ਗੁਰੂ ਦੀ ਬਾਣੀ ਬਣਾ ਲਈ ਹੈ। ਆਪਣੇ ਗੁਰੂ ਦੀ ਬਾਣੀ ਪੜ੍ਹਦੇ ਨੇ, ਆਪਣੇ ਗੁਰੂ ਦਾ ਮੰਤਰ ਜਪਦੇ ਨੇ, ਗਾਇਤਰੀ ਮੰਤਰ ਅਤੇ ਵੇਦ ਮੰਤਰਾਂ ਦਾ ਪਾਠ ਨਹੀਂ ਕਰਦੇ। ਇਸ ਤੋਂ ਇਲਾਵਾ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾ ਦਿੰਦੇ ਨੇ। ਉੱਥੇ ਹੀ ਹਿੰਦੂ, ਮੁਸਲਮਾਨ, ਬਾਹਮਣ, ਖੱਤਰੀ, ਵੈਸ਼, ਸ਼ੂਦਰ ਇੱਕੋ ਹੀ ਪੰਗਤ 'ਚ ਬੈਠੇ, ਸਭ ਨੂੰ ਇੱਕੋ ਥਾਂ ਤੇ ਲੰਗਰ ਛਕਾਉਂਦੇ ਨੇ। ਲੰਗਰ ਦੀ ਚੌਂਕੇ ਦੀ ਮਰਜ਼ਾਦਾ ਵੀ ਵਿਗਾੜ ਦਿੱਤੀ ਹੈ ਤੇ ਪੂਜਾ ਪਾਠ ਦੀ ਪੱਧਤੀ ਵੀ ਵਿਗਾੜ ਦਿੱਤੀ ਹੈ। ਤਾਂ ਗੁਰੂ ਅਮਰਦਾਸ ਜੀ ਨੂੰ ਪੁੱਛਣਾ ਚਾਹੀਦਾ, ਉਹ ਐਸਾ ਕਿਉਂ ਕਰ ਰਹੇ ਨੇ? ਤੁਸੀਂ ਬਾਦਸ਼ਾਹ ਹੋ, ਸਾਡਾ ਇਨਸਾਫ ਕਰੋ, ਨਿਆਂ ਕਰੋ। ਗੁਰੂ ਅਮਰਦਾਸ ਜੀ ਨੂੰ ਐਸਾ ਕੰਮ ਕਰਨ ਤੋਂ ਰੋਕੋ। ਅਕਬਰ ਬਾਦਸ਼ਾਹ ਜਾਣਦਾ ਸੀ ਗੁਰੂ ਘਰ ਦੀ ਮਹਿਮਾ ਨੂੰ, ਕਿਉਂਕਿ ਉਸ ਦਾ ਬਹੁਤ ਵੱਡਾ ਕਾਰਜ ਸੀ ਜਿਹੜਾ ਗੁਰੂ ਅਮਰਦਾਸ ਜੀ ਦੇ ਬਚਨ ਨਾਲ ਫਤਿਹ ਹੋਇਆ ਸੀ। ਚਿਤੌੜਗੜ੍ਹ ਦਾ ਕਿਲਾ 8 ਸਾਲ ਤੋਂ ਜੰਗ ਲੱਗਾ ਹੋਇਆ ਸੀ, ਉਹ ਅਕਬਰ ਬਾਦਸ਼ਾਹ ਜਿੱਤ ਨਹੀਂ ਸੀ ਸਕਿਆ। ਬੜੇ ਬੜੇ ਪੀਰਾਂ, ਫਕੀਰਾਂ, ਔਲੀਆਂ, ਸਾਧੂਆਂ, ਸੰਤਾਂ, ਮਹਾਤਮਾ ਕੋਲੋਂ ਵੀ ਦੁਆਵਾਂ ਕਰਾਈਆਂ। ਬਹੁਤ ਜਗ੍ਹਾ ਤੇ ਜਾ ਕੇ ਸੁਖਣਾ ਸੁਖੀਆਂ ਵੀ ਆ ਜਿਹੜਾ ਟੰਟਾ ਮੇਰੇ ਗਲ ਪਿਆ ਹੋਇਆ ਲੜਾਈ ਦਾ ਮੁੱਕ ਜਾਵੇ। ਉਹ ਐਸਾ ਝਗੜਾ ਛਿੜਿਆ, ਮੁੱਕਣ ਵਿੱਚ ਨਹੀਂ ਸੀ ਆ ਰਿਹਾ। ਫਿਰ ਕਿਸੇ ਤੋਂ ਪਤਾ ਲੱਗਾ ਵੀ ਗੁਰੂ ਅਮਰਦਾਸ ਮਹਾਰਾਜ ਜੋ ਬਚਨ ਕਰ ਦੇਣ ਉਹ ਪੂਰਾ ਹੋਵੇਗਾ। ਅਕਬਰ ਨੇ ਗੁਰੂ ਘਰ ਦੀ ਸ਼ਰਨ ਤੱਕੀ ਤੇ ਸਤਿਗੁਰਾਂ ਦਾ ਸੁਭਾਵਕ ਹੀ ਬਚਨ ਹੋਇਆ ਸੀ। ਕਹਿੰਦੇ ਜਿਸ ਦਿਨ ਬੌਲੀ ਦਾ ਕੜ ਟੁੱਟੇਗਾ ਉਸ ਦਿਨ ਤੁਹਾਡਾ ਚਿਤੌੜਗੜ੍ਹ ਵੀ ਟੁੱਟ ਜਾਏਗਾ। ਇਧਰ ਬੌਲੀ ਸਾਹਿਬ ਜਿਹੜੀ ਮਹਾਰਾਜ ਤਿਆਰ ਕਰ ਰਹੇ ਸਨ 84 ਪੌੜੀਆਂ ਵਾਲੀ,
ਜਦੋਂ 84 ਪੌੜੀਆਂ ਦੀ ਖੁਦਾਈ ਹੋ ਗਈ, ਥੱਲੇ ਤੱਕ ਜ਼ਮੀਨ ਜਿੱਥੋਂ ਪਾਣੀ ਜਲ ਨਿਕਲਦਾ ਹੈ, ਆਪ ਜੀ ਨੇ ਗੋਇੰਦਵਾਲ ਸਾਹਿਬ ਦਰਸ਼ਨ ਕੀਤੇ ਹੋਣਗੇ। ਜੇ ਨਹੀਂ ਕੀਤੇ ਤੇ ਅਰਦਾਸ ਕਰੋ ਵੀ ਸਾਨੂੰ ਜ਼ਿੰਦਗੀ 'ਚ ਇੱਕ ਵਾਰੀ ਪਾਵਨ ਸ੍ਰੀ ਗੋਇੰਦਵਾਲ ਸਾਹਿਬ ਦੀ ਬੌਲੀ ਦੇ ਇਸ਼ਨਾਨ ਕਰਨ ਦਾ ਸੁਭਾਗ ਜ਼ਰੂਰ ਮਿਲੇ। ਸਤਿਗੁਰੂ ਪਾਤਸ਼ਾਹ ਜੀ 84 ਕੱਟਣ ਵਾਸਤੇ 84 ਪੌੜੀਆਂ ਦੀ ਇਹ ਬੌਲੀ ਤਿਆਰ ਕਰਵਾਈ ਹੈ। ਹਰ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰਸਿੱਖ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਕੇ ਫਿਰ ਦੂਸਰੀ ਪੌੜੀ ਤੇ ਜਾਪ ਕਰਦੇ ਨੇ ਜਪਜੀ ਸਾਹਿਬ ਦਾ। ਐਸੀ ਉਹਨਾਂ ਦੀ ਭਾਵਨਾ ਹੈ, ਐਸਾ ਵਿਸ਼ਵਾਸ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ, ਉਸ ਪ੍ਰਾਣੀ ਦੀ 84 ਕੱਟੀ ਜਾਵੇਗੀ। ਸੋ ਇਹ 84 ਲੱਖ ਜੂਨਾਂ ਤੋਂ ਕੱਢਣ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦੇਣਾ ਸੀ, ਸਮਝਾਉਣਾ ਸੀ, ਜੀਵ ਦੀ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਸੀ। ਇਹ ਬੌੜੀ ਬਣਵਾ ਰਹੇ ਸਨ। ਜਿੱਥੋਂ ਜਲ ਨਿਕਲਣਾ ਸੀ, ਜਿੱਥੋਂ ਸਾਨੂੰ ਜਲ ਦੀ ਪ੍ਰਾਪਤੀ ਹੁੰਦੀ ਹੈ, ਹੁਣ ਇੱਥੇ ਇੱਕ ਬੜਾ ਵੱਡਾ ਪੱਥਰ ਚਟਾਨ ਥੱਲੇ ਆ ਗਈ, ਕਿਉਂਕਿ ਧਰਤੀ ਦੇ ਵਿੱਚ ਥੱਲੇ ਪਤਾ ਨਹੀਂ ਕੀ ਕੀ ਪਿਆ ਹੋਇਆ। ਪੱਟਦੇ ਪੱਟਦੇ ਸਿੱਖ ਜਦੋਂ ਬਹੁਤ ਡੂੰਘੇ ਚਲੇ ਗਏ ਤੇ ਥੱਲੇ ਉਹ ਪੱਥਰ ਦਾ ਕੜ ਆ ਗਿਆ। ਕੜ ਵੀ ਏਡਾ ਵੱਡਾ ਵੀ ਬੌਲੀ ਦੇ ਵਿੱਚ ਜਿੱਥੋਂ ਪਾਣੀ ਨਿਕਲਣਾ ਸੀ, ਇੱਕ ਬੂੰਦ ਵੀ ਪਾਣੀ ਨਿਕਲਣ ਦੀ ਉਮੀਦ ਨਹੀਂ ਰਹੀ। ਉੱਪਰ ਸਾਰੀ ਚਟਾਨ ਬਹੁਤ ਵੱਡੀ, ਕੋਈ 40-50 ਫੁੱਟ ਉੱਥੇ ਚਟਾਨ ਸੀਗੀ, ਆਲੇ ਦੁਆਲੇ ਪੱਥਰ ਸੀਗਾ। ਉਹ ਸਿੱਖਾਂ ਨੇ ਆਖਿਆ, ਮਹਾਰਾਜ ਇੰਨੀ ਮਿਹਨਤ ਕੀਤੀ ਹੈ ਤੇ ਹੁਣ ਪਾਣੀ ਜਲ ਨਹੀਂ ਨਿਕਲ ਰਿਹਾ। ਸਤਿਗੁਰੂ ਕਹਿੰਦੇ, ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਕਾਰਜ ਆਪੇ ਹੋਵੇਗਾ। ਜਿਸ ਦਿਨ ਸਾਡੀ ਬੌਲੀ ਦਾ ਕੜ ਟੁੱਟੇਗਾ, ਅਕਬਰ ਬਾਦਸ਼ਾਹ ਤੇਰਾ ਕਿਲਾ ਚਿਤੌੜਗੜ੍ਹ ਵੀ ਟੁੱਟ ਜਾਏਗਾ। ਉਹਨੇ ਕਹਿੰਦੇ ਅਕਬਰ ਨੇ ਆਪਣੇ ਬੰਦੇ ਉੱਥੇ ਛੱਡ ਦਿੱਤੇ ਸ੍ਰੀ ਗੋਇੰਦਵਾਲ ਸਾਹਿਬ, ਵੀ ਦੇਖੋ ਕਿਹੜੇ ਦਿਨ ਬੌਲੀ ਦਾ ਕੜ ਟੁੱਟੇਗਾ। ਉਹ ਟਾਈਮ, ਉਹ ਤਰੀਕ, ਉਹ ਦਿਨ, ਸਮਾਂ, ਨੀਅਤ ਪਤਾ ਕਰਕੇ ਰੱਖੋ। ਭਾਈ ਮਾਨਕ ਚੰਦ ਨਾਮ ਦਾ ਇੱਕ ਨੌਜਵਾਨ ਗੁਰੂ ਘਰ ਦਾ ਸ਼ਰਧਾਲੂ ਸੀ। ਉਹ ਥੋੜਾ ਲੈ ਕੇ, ਵੱਡਾ ਸਾਰਾ ਘਣ ਲੈ ਕੇ ਵਿੱਚ ਵੜ ਗਿਆ ਤੇ ਉਹਨੇ ਗੁਰੂ ਦਾ ਨਾਮ ਲੈ ਕੇ ਜ਼ੋਰ ਨਾਲ ਪੱਥਰ ਦੇ ਚਟਾਨ ਦੇ ਉੱਤੇ ਵਾਰ ਕੀਤਾ ਤੇ ਉਹ ਕੜ ਟੁੱਟ ਗਿਆ। ਥੱਲਿਓਂ ਪਾਣੀ ਦੀ ਬੰਬ ਨਿਕਲੀ। ਪਾਣੀ ਦੀ ਬੰਬ ਨਿਕਲਣ ਦੇ ਨਾਲ ਉਹ ਜਲ ਨਾਲ ਭਰ ਗਿਆ ਤੇ ਭਾਈ ਮਾਨਕ ਚੰਦ ਵਿੱਚ ਹੀ ਘਿਰ ਕੇ ਡੁੱਬ ਕੇ ਚੜ੍ਹਾਈ ਕਰ ਗਏ। ਸਿੱਖਾਂ ਨੇ ਆ ਕੇ ਆਖਿਆ, ਮਹਾਰਾਜ ਬੌਲੀ ਦਾ ਕੜ ਤਾਂ ਟੁੱਟ ਗਿਆ, ਪਰ ਮਾਨਕ ਚੰਦ ਡੁੱਬ ਗਿਆ। ਸਤਿਗੁਰੂ ਕਹਿੰਦੇ, ਮਾਨਕ ਵੀ ਕਦੀ ਡੁੱਬੇ ਹੈ? ਮਾਨਕ ਨਹੀਂ ਡੁੱਬਦੇ ਹੁੰਦੇ, ਲਿਆਓ ਸਾਡੇ ਕੋਲ। ਚੁੱਕ ਕੇ ਲਿਆਂਦਾ। ਪਾਤਸ਼ਾਹ ਨੇ ਆਪਣੇ ਚਰਨਾਂ ਦਾ ਅੰਗੂਠਾ ਮਾਨਕ ਚੰਦ ਦੇ ਮੱਥੇ ਤੇ ਲਾ ਦਿੱਤਾ। ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉੱਠ ਕੇ ਬਹਿ ਗਿਆ। ਸਤਿਗੁਰੂ ਮੇਰਾ ਮਾਰ ਜਵਾਲੇ। ਸੋ ਉਸ ਵੇਲੇ ਦਾ ਉਹ ਸਮਾਂ ਬਾਦਸ਼ਾਹ ਅਕਬਰ ਨੇ ਨੋਟ ਕੀਤਾ। ਉਧਰ ਉਸੇ ਟਾਈਮ ਤੇ ਕਿਲਾ ਚਿਤੌੜਗੜ੍ਹ ਦਾ ਮਸਲਾ ਹੱਲ ਹੋ ਗਿਆ। ਅਕਬਰ ਬਾਦਸ਼ਾਹ ਸ਼ੁਕਰਾਨਾ ਕਰਨ ਲਈ ਗੋਇੰਦਵਾਲ ਸਾਹਿਬ ਨੰਗੇ ਪੈਰੀਂ ਆਇਆ ਸੀ। ਜਦੋਂ ਆਇਆ ਗੁਰੂ ਅਮਰਦਾਸ ਦੇ ਦਰਬਾਰ ਵਿੱਚ, ਪਹਿਲਾਂ ਪੰਗਤ 'ਚ ਬਹਿ ਕੇ ਲੰਗਰ ਛਕਿਆ। ਗੁਰੂ ਘਰ ਦੀ ਮਰਿਆਦਾ ਵੇਖ ਕੇ ਖੁਸ਼ ਹੋਇਆ। ਕਹਿਣ ਲੱਗਾ, ਮਹਾਰਾਜ ਇਸ ਲੰਗਰ ਦਾ ਖਰਚਾ ਕੌਣ ਚਲਾਉਂਦਾ? ਆਮਦਨ ਕਿੱਥੋਂ ਹੈ? ਸਤਿਗੁਰੂ ਕਹਿਣ ਲੱਗੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਲਾਉਂਦੇ ਨੇ, ਉਹਨਾਂ ਦਾ ਲੰਗਰ ਹੈ। ਉਹ ਆਪਣੀ ਕਲਾ ਨਾਲ ਇਹ ਲੰਗਰ ਤੋਰੀ ਜਾਂਦੇ ਨੇ। ਕਹਿਣ ਲੱਗਾ, ਨਹੀਂ ਮੈਨੂੰ ਸੇਵਾ ਬਖਸ਼ੋ, ਮੈਂ ਇਸ ਲੰਗਰ ਨੂੰ ਜਗੀਰ ਦੇਣੀ ਚਾਹੁੰਦਾ। ਮਹਾਰਾਜ ਕਹਿੰਦੇ, ਇਹ ਲੰਗਰ ਜਗੀਰਾਂ ਨਾਲ ਨਹੀਂ ਚੱਲਦੇ, ਇਹ ਬਖਸ਼ਿਸ਼ ਨਾਲ ਚੱਲਦੇ ਨੇ। ਅਸੀਂ ਇਹਦੇ ਵਾਸਤੇ ਇੱਕ ਪੈਸਾ ਵੀ ਨਹੀਂ ਲੈਣਾ। ਜਦੋਂ ਉਹਦੀ ਜਗੀਰ ਨੂੰ ਨਾ ਕਰ ਦਿੱਤੀ, ਕਹਿਣ ਲੱਗਾ, ਸਤਿਗੁਰੂ ਜੀ ਚਲੋ ਤੁਹਾਡਾ ਹੁਕਮ ਜੋ ਵੀ ਹੈ ਸਿਰ ਮੱਥੇ ਤੇ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਪਿਤਾ ਹੋ। ਮਹਾਰਾਜ ਕਹਿੰਦੇ, ਉਹ ਤਾਂ ਠੀਕ ਹੈ। ਕਹਿੰਦੇ, ਜੇ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ, ਤੁਹਾਡੀ ਧੀ ਬੀਬੀ ਭਾਨੀ ਮੇਰੀ ਭੈਣ ਲੱਗਦੀ ਹੈ, ਤੇ ਆਪਣੀ ਭੈਣ ਨੂੰ ਤਾਂ ਮੈਂ ਕੁਝ ਦੇ ਸਕਦਾ। ਉਹ ਫਿਰ 84 ਪਿੰਡਾਂ ਦੀ ਜਗੀਰ ਜਿਹੜੀ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨਾਲ ਜੁੜੀ ਹੋਈ ਸੀ, ਅਕਬਰ ਬਾਦਸ਼ਾਹ ਬੀਬੀ ਭਾਨੀ ਜੀ ਦੇ ਨਾਂ ਤੇ ਕਰਾ ਗਿਆ ਸੀ। ਗੁਰੂ ਘਰ ਦੀ ਮਹਿਮਾ ਜਾਣਦਾ ਸੀ। ਸ਼ਿਕਾਇਤੀ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਵੀ ਸਤਿਗੁਰੂ ਅਮਰਦਾਸ ਜੀ ਸਾਡਾ ਧਰਮ ਭੰਗ ਕਰ ਰਹੇ ਨੇ, ਸਾਡੇ ਧਰਮ ਦੀ ਮਰਿਆਦਾ ਤੋੜ ਰਹੇ ਨੇ,
साडे धर्म दे वेद शास्त्र ग्रंथ पूजा पाठ छड्ड के अपनी बाणी बना लई है, अपना ही मंत्र बना लिया, अपनी मर्यादा बना लई। जदों ये शिकायती लोगों ने शिकायत की, अकबर बादशाह नूं हुण उन्हां दी सुणनी तां पैणी सी। उसने सतगुरां वाल संदेशा भेजिया श्री गोइंदवाल साहब कि सतगुरु जी कुछ मनमतीए लोग शंका कर रहे ने, आप जी के उत्ते शिकायत कर रहे ने, ईरखा दे वस कर रहे ने, पर आप जी नूं आना पवेगा इन्हां दे शंके दा जवाब देण लई। जे आप जी नहीं आना चाहुंदे बिरध अवस्था होण करके, तां अपना कोई सेवादार, अपना कोई जिम्मेवार प्रतिनिध गुरु घर वालों भेजो, जिहड़ा इन्हां दे सवालां दा जवाब इन्हां नूं दे सके। जदों ये पत्रिका बादशाह वालों बेनती पहुंची, सतगुरु चुबारा साहब विच बैठे सन। भाई बल्लू अपने गड़वई नूं कहा, जा रामदास नूं जेठे नूं बुला के लिया। वो बौली की सेवा कर रहे सन ते सेवा दे विच लगे हुए उन्हां नूं जदों कोल बुलाया, कहण लगे, जेठा जी रामदास पुत्र तुसीं लाहौर जाना जे। ते बादशाह अकबर की कचहरी विच बड़े बड़े पंडित विद्वान वो कुछ गुरु घर के उत्ते सवाल करते ने, उन्हां दे सवालों का जवाब दे के उन्हां दा शंका निवृत्त करके आउणा जी। गुरु रामदास जी हथ जोड़ के कहण लगे, पिता जी सच्चे पातशाह जी, मैं तो कोई पढ़िया लिखिया नहीं हाँ। वो काशी दे पढ़े हुए 4 वेद, 6 शास्त्र, 27 सिमरतियां, 18 पुराण, व्याकरण, निरुगत, छंद, पिंगल सारे ग्रंथां नूं पढ़े हुए ने। इन्नी विद्या दे माहर ने, पंडित लोग ने। महाराज मैं तो तुहाडे झूठे भांडे मांजण वाला सेवादार हाँ, मैं तो कोई विद्या नहीं पढ़ी। उन्हां दे सवालों का मैं किवें जवाब देंगा। गुरु अमरदास पातशाह कहण लगे, तुसीं जदों जाके बैठ जाओगे ना कचहरी दे विच, जदों कोई तुहाडे सामने सवाल करेगा, जदों अपने सज्जे पासे देखोगे ना सज्जी बांह वल, तां तुहाडे सज्जे हथ दुनिया दीयां सारियां गुप्त शक्तियां हथ जोड़ के खड़ियां होणगीਆਂ। सब निधान 10 अष्ट सिधान ठाकुर कर तल धरिया। मेरे परमेश्वर दे हथ दी तली ते सारा कुछ पिया है। आखो सतनाम श्री वाहिगुरू। सब निधान 10 अष्ट सिधान सारियां निधियां सिद्धियां रिद्धियां मेरे सतगुरुआं दे चरनां विच खड़ियां हैं। कहते जदों खब्बे पासे देखोगे 4 वेद, 6 शास्त्र, 27 सिमरतियां, 18 पुराणा का ज्ञान हथ जोड़ के विद्या खड़ी होवेगी। आत्मक शक्ति नाल कोई जवाब देना तो सज्जे पासे देख लेना, गुप्त शक्तियां हाजिर होणगीਆਂ। जे विद्या राही कोई जवाब देना तो खब्बे पासे वेख लेना। वेखना तो की सी, गुरु दे बचन की कला सी। आखो सतनाम श्री वाहिगुरू। बहाना सी। श्री गुरु रामदास चरना ते मत्था टेकिया, लाहौर नूं चल पए। खद्दर दा एक कमीज पांदे सी, खद्दर दी एक चादर लांदे सी, सिर ते छोटा जिहा दस्तारा 2 मीटर दा, ते बड़ा नूरानी चेहरा सी पातशाह गुरु रामदास। जाके जदों कचहरी च बड़े, उधरों 100-200 पंडित ते बड़े बड़े विद्वान शास्त्रां दे ज्ञाता, जिहड़े वाल दी खल ला दिंदे पंडित, वो बैठे हुए पढ़े लिखे। उन्हां दे नाल बड़े बड़े सेठ शाहूकार, खतरी बरादरी दे अमीर बंदे, करोड़ापति बंदे भी बैठे हुए, जिन्हां ने गुरु घर के खिलाफ शिकायत की सी। एक पासे गुरु महाराज श्री गुरु रामदास जी कल्ले, ना कोई सेवादार, ना कोई चज दा कपड़ा, ना कोई धार्मिक लिबास, सादे जे कपड़ियां विच बैठ गए। अकबर बादशाह ने दोवां दा आपस विच जान पछाण भी कराई ते गुरु साहब जी नूं बेनती की। गुरु रामदास जी महाराज उदों गुरता गद्दी ते अजे विराजमान नहीं सी होए, सेवा करते सी गुरु अमरदास साहब जी दी। कहण लगे, महाराज तुहानूं खेचल दित्ती है, तुसीं आए हो। ये पंडित लोग
ਤੇ ਖੱਤਰੀ ਲੋਕ ਜਿਹੜੇ ਉੱਚ ਜਾਤੀਆਂ ਦੇ ਦਵਿਜ ਜਾਤੀਆਂ ਦੇ ਵਿਦਵਾਨ ਹਨ, ਇਹ ਤੁਹਾਡੇ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੇ ਨੇ। ਤੁਸੀਂ ਇਹਨਾਂ ਦੇ ਸਵਾਲਾਂ ਦਾ ਜਵਾਬ ਦਿਓ, ਇਹਨਾਂ ਦਾ ਸ਼ੰਕਾ ਮੇਟ ਦਿਓ। ਸਤਿਗੁਰੂ ਗੁਰੂ ਰਾਮਦਾਸ ਕਹਿਣ ਲੱਗੇ, ਪੰਡਤ ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਪੰਡਤਾਂ ਨੇ ਪਹਿਲਾ ਸਵਾਲ ਇਹ ਕੀਤਾ ਕਿ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, 9 ਵਿਆਕਰਣ, ਇੰਨੇ ਗ੍ਰੰਥ, ਇੰਨੇ ਵਿਦਵਾਨਾਂ ਦੇ ਸ਼ਾਸਤਰਾਂ ਦੇ ਖਜ਼ਾਨੇ ਭਰੇ ਪਏ ਹੈ। ਇੰਨੀ ਬਾਣੀ ਪਹਿਲਾਂ ਹੀ ਲਿਖੀ ਹੋਈ ਹੈ ਸੰਸਕ੍ਰਿਤ ਗ੍ਰੰਥਾਂ ਵਿੱਚ। ਉਸ ਬਾਣੀ ਨੂੰ ਛੱਡ ਕੇ ਤੇ ਗੁਰੂ ਨਾਨਕ ਦੇਵ ਜੀ ਦੇ ਘਰ 'ਚ ਆਪਣੀ ਬਾਣੀ ਕਿਉਂ ਬਣਾ ਰਹੀ ਹੈ? ਪੰਜਾਬੀ ਬੋਲੀ 'ਚ ਸਿੱਧੇ ਸਾਦੇ ਸ਼ਬਦਾਂ ਵਿੱਚ ਇਹ ਗਿਆਨ ਤੁਸੀਂ ਆਮ ਲੋਕਾਂ ਨੂੰ ਕਿਉਂ ਦੇ ਰਹੇ ਹੋ? ਵਾਹਿਗੁਰੂ ਮੰਤਰ ਆਪਣਾ ਹੀ ਬਣਾ ਲਿਆ ਹੈ, ਗਾਇਤਰੀ ਮੰਤਰ ਛੱਡ ਦਿੱਤਾ ਹੈ, ਇਹਦੀ ਕੀ ਲੋੜ ਪਈ ਹੈ? ਉਸ ਵੇਲੇ ਸ੍ਰੀ ਗੁਰੂ ਰਾਮਦਾਸ ਕਹਿਣ ਲੱਗੇ, ਪੰਡਤ ਜੀ ਇਹ ਦੱਸੋ, ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਥੱਲੇ ਕੀ ਹੈ? ਪੰਡਤ ਕਹਿੰਦੇ, ਸਾਡੇ ਥੱਲੇ ਧਰਤੀ ਹੈ, ਜ਼ਮੀਨ ਹੈ। ਪੰਡਤ ਜੀ ਜ਼ਮੀਨ ਦੇ ਥੱਲੇ ਕੀ ਹੈ? ਕਹਿੰਦੇ ਜ਼ਮੀਨ ਦੇ ਥੱਲੇ ਪਾਣੀ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਥੱਲੇ ਪਾਣੀ, ਜਿੱਥੇ ਵੀ ਧਰਤੀ ਹੈ ਥੱਲੇ ਪਾਣੀ ਹੈ, ਭਾਵੇਂ 100 ਫੁੱਟ ਤੇ ਹੋਵੇ, ਭਾਵੇਂ 500 ਫੁੱਟ ਤੇ ਹੋਵੇ, ਭਾਵੇਂ 1000 ਫੁੱਟ ਤੇ ਪਾਣੀ ਧਰਤੀ ਥੱਲੇ ਹੈ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਵੀ ਸੰਸਾਰ ਦੇ ਵਿੱਚ ਤੁਸੀਂ ਧਰਤੀ ਪੁੱਟੋਗੇ, ਖੂਹ ਪੱਟੋਗੇ, ਥੱਲੇੋਂ ਪਾਣੀ ਨਿਕਲਦਾ। ਕਹਿੰਦੇ ਹਾਂ ਧਰਤੀ ਦੇ ਥੱਲੇ ਪਾਣੀ ਹੈ। ਮਹਾਰਾਜ ਕਹਿੰਦੇ ਫਿਰ ਪੀ ਕੇ ਦਿਖਾਓ, ਤੁਹਾਡੇ ਥੱਲੇ ਪਾਣੀ ਹੈ, ਪੀਓ। ਕਹਿੰਦੇ ਏਦਾਂ ਕਿਵੇਂ ਪੀਵਾਂਗੇ? ਖੂਹ ਪੱਟਾਂਗੇ ਫੇਰ ਪੀਵਾਂਗੇ। ਮਹਾਰਾਜ ਕਹਿੰਦੇ ਜੇ ਉੱਤੋਂ ਮੀਂਹ ਪੈ ਜਾਵੇ ਫਿਰ ਤੇ ਖੂਹ ਪੱਟਣ ਦੀ ਲੋੜ ਨਹੀਂ। ਉੱਤੋਂ ਮੀਂਹ ਪੈ ਜਾਵੇ ਤੇ ਉੱਤੋਂ ਕਿੰਨਾ ਮੀਂਹ ਪੈ ਜਾਏ, ਪਾਣੀ ਰੱਜ ਕੇ ਪੀਓ, ਨਹਾਓ, ਧੋਵੋ। ਖੂਹ ਪੱਟਣ ਦੀ ਲੋੜ ਤੇ ਤਾਂ ਹੈ ਨਾ ਜੇ ਉੱਤੋਂ ਮੀਂਹ ਨਾ ਪਵੇ। ਤੇ ਜੇ ਉੱਤੋਂ ਮੀਂਹ ਪੈ ਜਾਵੇ, ਖੂਹ ਦਾ ਪਾਣੀ ਖਾਰਾ ਵੀ ਨਿਕਲ ਸਕਦਾ ਪੰਡਤ ਜੀ। ਖੂਹ ਪੱਟੋ, ਥੱਲਿਓਂ ਪਾਣੀ ਨਾ ਪੀਣ ਜੋਗਾ ਵੀ ਹੋ ਸਕਦਾ। ਕਈ ਖੂਹਾਂ ਦਾ ਪਾਣੀ ਇੰਨਾ ਹੁੰਦਾ ਵੀ ਪੀਣਾ ਤਾਂ ਬੜੀ ਦੂਰ ਦੀ ਗੱਲ ਹੈ, ਜੇ ਹੱਥ ਧੋ ਲਓ ਤੇ ਖੁਰਕ ਪੈ ਜਾਂਦੀ ਹੈ, ਖਾਰਾ ਪਾਣੀ। ਪੰਡਤ ਜੀ ਖੂਹ ਦਾ ਪਾਣੀ ਪ੍ਰਾਪਤ ਕਰਨ ਲਈ ਮਿਹਨਤ ਕਿੰਨੀ ਕਰਨੀ ਪੈਂਦੀ ਹੈ? ਖੂਹ ਦਾ ਪਾਣੀ ਪ੍ਰਾਪਤ ਕਰਨ ਲਈ ਖਰਚਾ ਕਿੰਨਾ ਕਰਨਾ ਪੈਂਦਾ? ਖੂਹ ਦਾ ਪਾਣੀ ਪ੍ਰਾਪਤ ਕਰਕੇ ਵੀ ਮਿੱਠਾ ਨਿਕਲੇ ਨਾ ਨਿਕਲੇ ਇਹਦੀ ਕੋਈ ਗਰੰਟੀ ਨਹੀਂ ਹੈ। ਪਰ ਉੱਤੋਂ ਮੀਂਹ ਪੈ ਜਾਵੇ, ਉਹ ਮਿੱਠਾ ਵੀ ਹੋਵੇਗਾ, ਉਹ ਠੰਡਾ ਵੀ ਹੋਵੇਗਾ, ਉਹ ਅੰਮ੍ਰਿਤ ਵਰਗਾ ਹੋਵੇਗਾ, ਤੇ ਉਹ ਕੱਲੇ ਖੂਹ ਦੇ ਲਈ ਥਾਂ ਨਹੀਂ ਘੇਰੇਗਾ। ਖੂਹ ਦਾ ਪਾਣੀ 10 ਕਿੱਲਿਆਂ ਨੂੰ ਲੱਗ ਸਕਦਾ, 20 ਕਿੱਲਿਆਂ ਨੂੰ ਲੱਗ ਸਕਦਾ, ਹਜ਼ਾਰਾਂ ਕਿੱਲੇ ਜ਼ਮੀਨ ਖੂਹ ਦੇ ਪਾਣੀ ਨਾਲ ਸਰ ਸਬਜ਼ ਨਹੀਂ ਹੋ ਸਕਦੀ। ਪਰ ਜੇ ਉੱਤੋਂ ਮੀਂਹ ਪੈ ਜਾਵੇ ਤੇ ਲੱਖਾਂ ਕਿੱਲੇ ਜਿਹੜੇ ਨੇ ਜ਼ਮੀਨ ਦੇ ਏਕੜ ਜਿਹੜੇ ਨੇ ਉਹ ਸਰ ਸਬਜ਼ ਹੋ ਜਾਂਦੇ, ਹਰੇ ਭਰੇ ਹੋ ਜਾਂਦੇ। ਉਸ ਵੇਲੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਆਪਣੇ ਗੁਰਦੇਵ ਦਾ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ, ਜੈਸੇ ਧਰਤੀ ਮਦੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫਿਰਾਹੀ। ਇਹਦਾ ਅਰਥ ਇਹ ਹੈ ਵੀ ਜਿਵੇਂ ਧਰਤੀ ਦੇ ਉੱਤੇ ਮੀਂਹ ਪੈਂਦਾ ਹੈ, ਕੋਈ ਮੂਰਖ ਬੰਦਾ ਕਹੇ ਮੀਂਹ ਦੀ ਲੋੜ ਨਹੀਂ, ਮੀਂਹ ਰੋਕ ਦਿਓ। ਆਖੋ ਵਾਹਿਗੁਰੂ। ਕੋਈ ਮੂਰਖ ਬੰਦਾ ਆਖੇ ਮੀਂਹ ਦੀ ਨਹੀਂ ਲੋੜ, ਮੀਂਹ ਬੰਦ ਕਰਾਓ, ਮੀਂਹ ਨਹੀਂ ਪੈਣਾ ਚਾਹੀਦਾ ਕਿਉਂਕਿ ਥੱਲੇ ਪਾਣੀ ਪਹਿਲਾਂ ਹੀ ਬੜਾ ਹੈ। ਜੇ ਕੋਈ ਬੰਦਾ ਏਦਾਂ ਕਵੇ ਵੀ ਥੱਲੇ ਪਾਣੀ ਪਹਿਲਾਂ ਹੀ ਬੜਾ, ਮੀਂਹ ਦੀ ਲੋੜ ਕੋਈ ਨਹੀਂ, ਉਹਨੂੰ ਸਿਆਣਾ ਕਹੋਗੇ ਕਿ ਮੂਰਖ ਕਹੋਗੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੰਡਤਾਂ ਦੀ ਜ਼ੁਬਾਨ ਉੱਥੇ ਹੀ ਬੰਦ ਹੋ ਗਈ, ਸਮਝ ਗਏ ਗੱਲ। ਸਤਿਗੁਰੂ ਕਹਿਣ ਲੱਗੇ, ਦੇਖੋ ਵੇਦ ਸ਼ਾਸਤਰ ਸਿਮਰਤੀਆਂ ਪੁਰਾਣਾਂ 'ਚ ਪ੍ਰਮਾਤਮਾ ਦਾ ਗਿਆਨ ਹੈ, ਬਹੁਤ ਉੱਚੀ ਅਵਸਥਾ ਉਹਦੇ 'ਚ ਬਿਆਨ ਕੀਤੀ ਹੋਈ ਹੈ ਉਪਨਿਸ਼ਦਾਂ ਦੇ ਵਿੱਚ।
पर तुसी पंडितां ने उहदे उत्ते बहुत ज़्यादा मिट्टी पा दित्ती हुई है। तुसी लेंटर पा छड्डे ने भी गरीब आदमी कोई पढ़ ना सके, कोई उस ग्रंथां दा ज्ञान ना लै सके। ते फिर जे कोई बड़ी मेहनत करके पढ़ भी लवे ते तुसी उहदा माइंड हंकारी बनांदे हो भी तू बड़ा विद्वान है, तू बड़ा ज्ञानी है, तेनू बड़ी नॉलेज है। वो पढ़िया लिखिया खारा पानी हो जाता। जदों विद्या पढ़ के आत्म ज्ञान लेना सी, आत्म ज्ञान तां लिया नहीं ते ओहदे नाल लै लिया भी मैं बड़ा विद्वान हाँ, मैं बड़ा ज्ञानी हाँ, मैनू बड़ियां गल्लां आउंदियां ने, सारे मेरी पूजा करते ने। फिर उस हंकार च फिरन लग पैंदे। पंडित जी गुरु नानक ने मींह पाया है, मींह पिया परमेश्वर पाया, जी जंत सब सुखी वसाया। जिहड़ी गुरु की बाणी है मिठी, इनू गरीब तो गरीब हिंदू मुसलमान इस्त्री पुरुष सारे ही पढ़ सकते हैं। फिर घट तो घट पढ़े बंदे नूं इहदी समझ आउंदी है। ये गुरु नानक की बाणी तुहाडा साडा सारिਆਂ ਦਾ भला करदी। ये नहीं कहती भी तुसी वेद शास्त्र ना पढ़ो। गुरबाणी ये तो नहीं कहती, बल्कि महाराज कहते वेद कतेब कहो मत झूठे, झूठा जो ना विचार है। जिहड़ा इन्हां ग्रंथां दी विचार नहीं करता वो झूठा। पर जिहड़ी गल सौखी समझाई जा सकती है उहनूं एने वाल फरेब पा के ਉਹਦੇ ਉੱਤੇ धर्म का कुंडा रख के ਉਹਨੂੰ अपनी गुलाम बना के उस फिल विचारधारा ਨੂੰ कुछ लोगों तक सीमित करके ਤੁਸੀਂ ਜਿਹੜਾ तंग दिली का मुजाहरा कर रहे हो वो गुरु नानक ने नहीं किया। आखो सतनाम श्री वाहिगुरू। ये सच्चे पातशाह महाराज गुरु नानक देव जी ने सारी दुनिया की बाणी का लंगर लाया। ਇਹਦੇ ਵਿੱਚ भाई छको लंगर ਚੱਲੈ गुर शब्द हर तोड़ न आवी खट्टी है। अकबर बादशाह के दरबार में पंडितां नूं कोई गल नहीं आई। गुरु रामदास महाराज उत्थों चल पे, वापस चले। बादशाह ने बड़े सत्कार नाल तोरिया। बाजार दे विच कपड़े विक रहे सन ते कपड़े बड़े सोहणे जरी बादले दे सुंदर। कहण लगे जे अज मेरे कोल पैसे हुंदे ना ते मैं एक चोले दा कपड़ा लैके जांदा ते वो चोला मैं अपने सतगुरु अमरदास महाराज नूं पवांदा। पर अफसोस मेरी जेब च अज पैसे नहीं, मैं अपने गुरुदेव नूं चोला नहीं। उत्थे खड़े खड़े कपड़े वाल देखी जांदे ते ख्यालां विच गुरु साहब नूं चोला पवाई जांदे। लाहौर दे बाजार च खड़े गुरु रामदास पातशाह कपड़े वाल वेखी जांदे ते ख्यालां विच सोचदे इदां गुरु साहब चोला पांदे, इदां दा लगदा। इधर गोइंदवाल साहब गुरु अमरदास जी दीवान च बैठे इदां दी एक्टिंग कर रहे जिवें चोला पा रहे होण, कपड़े बदल रहे होण। संगत भी हैरान। भाई बल्लू सेवा कर रहा ते महाराज नूं पुछया, महाराज तुसीं की कर रहे हो? इदां बाहां कर करके कदी इदां करदे हो कदी इदां। सतगुरु कहंदे रामदास लाहौर दे बाजार च खड़ा सानूं कपड़े पवा रहा, ओहदे कपड़े पा रहे हैं। आखो सतनाम श्री वाहिगुरू। 5-7 मिनट मन चो फुरना चलिया। जेब च हथ मारिया, एक 5 पैसे सन। पंजी दे कपड़े नहीं आने, पैसे चाहिए सी। जे पैसे होंदे तो मैं अपने गुरु वास्ते चोला लै जांदा। पर मेरी किस्मत च गुरु की सेवा नहीं। मन महसूस के तुर पे। अगे थोड़ा जा फलों की मंडी आ गई जिथे बाजार दे फल विक रहे सन। अंब, सेब, संतरे, केले जिथे विकते ने उत्थे वड्डे वड्डे शहरां दे विच बेमौसमे फल भी रखे जाते। यानी अमीर लोगों के वास्ते स्टोर करके अंब रखे हुए सी किसी ने, दुकानदार ने। एक अंब पुछया किन्ने दा? वो कहंदा जी 5 पैसे का। जेब च पंजी सी, पंजी दित्ती, अंब लै लिया। कहते चलो चोला तो नहीं मैं सवास के पवा सकिया सतगुरु अमरदास नूं, अंब तो छका देंगा। हुण अंब सी वो पुराना, कई महीनों का स्टोर किया होया। वो जो स्टोर किया होंदा उन्होंने गर्मी लगे तो वह पिघल जाता, वो रस चोण लग जाता। लाहौर तो गोइंदवाल साहब लगभग 70 किलोमीटर पैदल तुर के आना सी। रस्ते च एक रात लगती हुंदी सी।
ਸਾਰਾ ਦਿਨ ਤੁਰੇ, ਰਾਤ ਪਈ, ਰਾਤ ਕਿਤੇ ਠਹਿਰੇ, ਸਵੇਰੇ ਤੁਰੇ ਤੇ ਦੁਪਹਿਰ ਤੱਕ ਉਹ ਅੰਬ ਚੋਣ ਲੱਗ ਪਿਆ, ਅੰਬ ਵਿੱਚੋਂ ਰਸ ਚੋਣ ਲੱਗ ਪਿਆ। ਕਹਿੰਦੇ ਹੁਣ ਕੀ ਕਰੀਏ, ਇਹ ਤੇ ਗੋਇੰਦਵਾਲ ਪਹੁੰਚਣਾ ਕੋਈ ਨਹੀਂ, ਮੇਰੇ ਕਰਮਾਂ 'ਚ ਗੁਰੂ ਅਮਰਦਾਸ ਨੂੰ ਅੰਬ ਛਕਾਉਣਾ ਵੀ ਨਹੀਂ ਲਿਖਿਆ। ਮਨ ਉਦਾਸ ਜਿਹਾ ਹੋਇਆ ਤੇ ਹੁਣ ਉਹ ਅੰਬ ਆਪ ਛਕਣਾ ਪਿਆ। ਛਕ ਕੇ ਗੁਠਲੀ ਸੁੱਟ ਕੇ ਹੱਥ ਧੋ ਕੇ ਤੁਰ ਪਏ। ਸ੍ਰੀ ਗੋਇੰਦਵਾਲ ਸਾਹਿਬ ਚੁਬਾਰੇ ਸਾਹਿਬ ਪਹੁੰਚੇ, ਜਾ ਕੇ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਦੇ ਚਰਨਾਂ 'ਚ ਮੱਥਾ ਟੇਕਿਆ। ਕਹਿਣ ਲੱਗੇ, ਗੁਰਦੇਵ ਪਾਤਸ਼ਾਹ ਪੁੱਛਦੇ, ਸੁਣਾ ਲਾਹੌਰ ਕਿਵੇਂ ਬੀਤੀ ਹੈ? ਕਹਿੰਦੇ, ਪਾਤਸ਼ਾਹ ਤੁਹਾਡੀ ਕਿਰਪਾ ਨਾਲ ਪੰਡਤਾਂ ਨੇ ਜਿਹੜੇ ਵੀ ਸਵਾਲ ਕੀਤੇ ਸਾਰਿਆਂ ਦੇ ਜਵਾਬ ਤੁਸੀਂ ਦਿੱਤੇ, ਮੈਂ ਨਹੀਂ ਸੀ ਦੇ ਸਕਦਾ। ਆਪ ਜੀ ਨੇ ਆਪਣੀ ਕਲਾ ਵਰਤਾਈ ਹੈ, ਮੇਰੀ ਰਸਨਾ ਤੇ ਬਹਿ ਕੇ ਬੋਲੇ ਹੋ ਤੇ ਪੰਡਤਾਂ ਦੇ ਸਾਰੇ ਸ਼ੰਕੇ ਮਿਟ ਗਏ ਨੇ। ਮਹਾਰਾਜ ਕਹਿੰਦੇ, ਚੰਗਾ ਹੋਇਆ, ਨਾਲੇ ਜੇਠਿਆ ਤੇਰਾ ਜਿਹੜਾ ਉਹ ਚੋਲਾ ਸੀ ਨਾ, ਉਹ ਅਸੀਂ ਪਵਾ ਲਿਆ ਸੀਗਾ, ਜਿਹੜਾ ਤੂੰ ਬਾਜ਼ਾਰ 'ਚ ਖਲੋ ਕੇ ਪਵਾਇਆ ਸੀ, ਔਰ ਜਿਹੜਾ ਤੂੰ ਸਾਡੇ ਲਈ ਅੰਬ ਲਿਆਂਦਾ ਸੀ ਉਹ ਵੀ ਅਸੀਂ ਚੂਪ ਲਿਆ ਸੀ, ਤੇ ਆਹ ਉਹਦੀ ਗੁਠਲੀ ਵੀ ਅਸੀਂ ਸਾਂਭ ਕੇ ਰੱਖੀ ਹੋਈ। ਬੱਲੂ ਨੂੰ ਕਹਿੰਦੇ, ਬੱਲੂ ਮਹਾਰਾਜ ਦਾ ਗੜਵਈ ਸੀ। ਗੁਰੂ ਅਮਰਦਾਸ ਦੀ 22 ਸਾਲ ਭਾਈ ਬੱਲੂ ਨੇ ਸਰੀਰ ਦੀ ਸੇਵਾ ਕੀਤੀ ਹੈ, ਉਹ ਮਹਾਰਾਜ ਦਾ ਗੜਵਈ ਸੀ। ਕਹਿੰਦੇ, ਲਿਆਓ ਜੇਠੇ ਵਾਲੇ ਅੰਬ ਦੀ ਗੁਠਲੀ ਪਿੱਤੀ 'ਚੋਂ ਕੱਢ ਕੇ। ਪਹਿਲਾਂ ਵੱਡੀਆਂ ਵੱਡੀਆਂ ਕੰਧਾਂ ਹੁੰਦੀਆਂ ਸੀ, ਉਹਨਾਂ 'ਚ ਛੋਟੇ ਛੋਟੇ ਆਲੇ ਹੁੰਦੇ ਸੀ, ਆਲਿਆਂ ਦੇ ਉੱਤੇ ਲੱਕੜ ਦੀ ਪਿੱਤੀ ਲੱਗੀ ਹੁੰਦੀ ਸੀ। ਪਿੱਤੀ ਖੋਲ ਕੇ ਉਹਦੇ ਵਿੱਚੋਂ ਗੁਠਲੀ ਲਿਆਂਦੀ, ਉਹੀ ਗੁਠਲੀ ਸੀ ਜਿਹੜੀ ਉੱਥੇ ਸੱਟ ਕੇ ਆਏ ਸੀਗੇ। ਉਸ ਵੇਲੇ ਚਰਨਾਂ ਤੇ ਢਹਿ ਪਏ ਤੇ ਗੁਰੂ ਅਮਰਦਾਸ ਕਹਿੰਦੇ, ਤੇਰੇ ਮੇਰੇ 'ਚ ਹੁਣ ਫਰਕ ਥੋੜਾ ਕੋਈ ਰਹਿ ਗਿਆ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਰਾਮਦਾਸ ਪਾਤਸ਼ਾਹ ਐਸੇ ਸਨ ਜਿਨ੍ਹਾਂ ਦਾ ਆਪਣੇ ਗੁਰਦੇਵ ਨਾਲ ਪ੍ਰੇਮ ਸੀ, ਤੇ ਰੋਜ਼ ਕਹਿੰਦੇ ਸੀ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਮੇਰੇ ਸਤਿਗੁਰੂ ਬਸ ਮੇਰੇ ਅੰਦਰ ਨਾਮ ਦਾ ਹੀ ਪ੍ਰਕਾਸ਼ ਕਰ ਦਿਓ, ਸਵਾਸ ਸਵਾਸ ਮੇਰੀ ਰਸਨਾ ਗੁਰੂ ਗੁਰੂ ਜਪਣ ਲੱਗ ਜਾਵੇ। ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਅੱਜ ਕਾਨੜੇ ਰਾਗ ਵਿੱਚ ਇਹ ਬੜੇ ਅਗੰਮੀ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਗੁਰਮਤਿ ਰਸ ਗੁਣ ਗਾਵੈ ਗੋ। ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਮਨ ਗੁਰਮਤਿ ਰਸ ਗੁਣ ਗਾਵੈ ਗੋ। ਇਹ ਮੇਰੇ ਮਨਾ, ਜਦੋਂ ਤੂੰ ਗੁਰੂ ਦੀ ਮੱਤ ਲੈ ਕੇ ਨਾਮ ਜਪੇਗਾ, ਕਿਉਂਕਿ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਪਉ ਡੂਬੇ ਸਿਆਨੇ। ਸਾਧ ਸੰਗਤ ਜੀ, ਅੱਜ ਤੱਕ ਤੁਹਾਨੂੰ ਜਿੰਨਾ ਵੀ ਗਿਆਨ ਮਿਲਿਆ ਰੱਬ ਦੇ ਬਾਰੇ, ਮੈਂ ਵੀ ਵਿੱਚ ਆ, ਤੁਸੀਂ ਸਾਰੇ ਆਪਣੇ ਆਪਣੇ ਮਨ 'ਚ ਝਾਤੀ ਮਾਰ ਲੈਣਾ। ਕਈ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ, ਸਾਨੂੰ ਵੈਲਿਊ ਨਹੀਂ ਪਤਾ ਹੁੰਦੀ। ਚੀਜ਼ ਸਾਡੇ ਘਰ 'ਚ ਹੁੰਦੀ, ਸਾਨੂੰ ਉਹਦੀ ਵੈਲਿਊ ਨਹੀਂ ਪਤਾ ਹੁੰਦੀ ਵੀ ਇਹਦੀ ਵੈਲਿਊ ਕੀ ਹੈ, ਕਿੱਥੋਂ ਮਿਲੀ ਹੈ, ਕਿਵੇਂ ਮਿਲੀ ਹੈ, ਖਿਆਲ ਨਹੀਂ ਹੁੰਦਾ। ਅੱਜ ਤੱਕ ਤੁਹਾਨੂੰ ਜੋ ਵੀ ਪਤਾ ਲੱਗਾ ਗੁਰੂ ਘਰ 'ਚੋਂ ਹੀ ਪਤਾ ਲੱਗਾ। ਜੇ ਤੁਸੀਂ ਕਥਾ ਨਹੀਂ ਸੁਣੀ, ਕੀਰਤਨ ਨਹੀਂ ਸੁਣਿਆ, ਗੁਰਦੁਆਰੇ ਆਏ ਹੀ ਨਹੀਂ ਕਦੀ, ਆ ਜਿਹੜੇ ਇੱਥੇ ਕਾਲੇ ਗੋਰੇ ਲੱਖਾਂ ਹੀ ਫਿਰਦੇ, ਬਾਹਰ ਜਾ ਕੇ ਕਿਸੇ ਨੂੰ ਪੁੱਛ ਲਓ ਜਿਹੜਾ ਕਦੀ ਗੁਰਦੁਆਰੇ ਨਾ ਆਇਆ ਹੋਵੇ, ਜਿਹਨੇ ਕਦੀ ਸੰਗਤ ਨਾ ਕੀਤੀ ਹੋਵੇ, ਕੀਰਤਨ ਨਾ ਸੁਣਿਆ ਹੋਵੇ, ਕਥਾ ਨਾ ਸੁਣੀ ਹੋਵੇ, ਬਾਣੀ ਨਾ ਸੁਣੀ ਹੋਵੇ, ਉਹਨੂੰ ਕੋਈ ਰੱਬ ਬਾਰੇ ਪਤਾ ਹੋਵੇਗਾ, ਗੁਰਮਤਿ ਬਾਰੇ ਪਤਾ ਹੋਵੇਗਾ? ਭਾਵੇਂ ਚਲੋ ਕਿਤੇ ਵੀ ਜਾਵੇ, ਮਸਜਿਦ ਵਿੱਚ ਜਾਵੇ, ਮੰਦਿਰ ਵਿੱਚ ਜਾਵੇ, ਚਰਚ ਜਾਵੇ, ਕੋਈ ਸੰਗਤ ਕਰੇਗਾ ਤੇ ਜਾਣੇਗਾ ਨਾ। ਆਖੋ ਵਾਹਿਗੁਰੂ। ਬਿਨਾਂ ਸੰਗਤ ਕੀਤਿਆਂ ਕਿਸੇ ਨੂੰ ਪਤਾ ਲੱਗਦਾ? ਮਹਾਰਾਜ ਕਹਿੰਦੇ, ਗੁਰੂ ਦੀ ਸੰਗਤ ਕਰੋ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਪਉ ਡੂਬੇ ਸਿਆਣੇ। ਜਿੰਨਾ ਮਰਜੀ ਕੋਈ ਸਿਆਣਾ ਬਣਿਆ ਫਿਰੇ, ਗੁਰੂ ਦੀ ਮੱਤ ਤੋਂ ਬਿਨਾਂ ਨਿਆਣਾ ਹੀ ਹੈ, ਬੇਸਮਝ ਹੀ ਹੈ। ਅੰਦਰ ਕੋਈ ਪ੍ਰਕਾਸ਼ ਨਹੀਂ ਹੋਇਆ, ਅੰਦਰ ਕੋਈ ਸੋਝੀ ਨਹੀਂ ਆਈ। ਸੱਚੇ ਪਾਤਸ਼ਾਹ ਦੀ ਮੱਤ ਲੈ ਕੇ ਮਨ ਗੁਰਮਤਿ ਰਸ ਗੁਣ ਗਾਵੈ ਗੋ। ਗੁਰੂ ਦੀ ਮੱਤ ਲੈ ਕੇ ਰਸ ਰਸ ਕੇ ਵਾਹਿਗੁਰੂ 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 ਜਪ। ਕਿਉਂ? ਇਹ ਰਸ ਗੁਰੂ ਤੋਂ ਹੀ ਮਿਲਣਾ ਹੈ। ਹੋਰ ਬਾਕੀ ਰਸ ਤੁਹਾਨੂੰ ਬਾਜ਼ਾਰਾਂ 'ਚ ਬੜੇ ਮਿਲਦੇ ਨੇ, ਨਾਮ ਦਾ ਰਸ ਗੁਰੂ ਤੋਂ ਹੀ ਮਿਲਦਾ ਹੈ। ਗੁਰਦੁਆਰੇ ਤੋਂ, ਗੁਰੂ ਤੋਂ ਬਿਨਾਂ
ਬਾਜ਼ਾਰ ਕਿਸੇ ਦੁਕਾਨ ਤੇ ਜਾ ਕੇ ਤੁਸੀਂ ਗੰਨੇ ਦਾ ਰਸ ਪੀ ਸਕਦੇ ਹੋ, ਸੰਤਰਿਆਂ ਦਾ ਰਸ ਪੀ ਸਕਦੇ ਹੋ, ਫਰੂਟ ਦਾ ਰਸ ਪੀ ਸਕਦੇ ਹੋ, ਪਤਾ ਨਹੀਂ ਕਿਹੜੇ ਕਿਹੜੇ ਰਸ ਤੁਸੀਂ ਪੈਸੇ ਨਾਲ ਖਰੀਦ ਸਕਦੇ ਹੋ। ਨਾਮ ਦਾ ਰਸ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਗੁਰਮਤਿ ਰਸ ਗੁਣ ਗਾਵੇ ਗੋ। ਜਦੋਂ ਮਨ ਗੁਰੂ ਦੇ ਰਸ ਚ ਰੰਗਿਆ, ਗੁਰੂ ਦੀ ਬਾਣੀ ਦਾ ਰਸ ਆਉਣ ਲੱਗ ਪਿਆ, ਉਹ ਪ੍ਰਮਾਤਮਾ ਦੇ ਗੁਣ ਗਾਣ ਲੱਗ ਜਾਂਦਾ ਹੈ। ਜਿਹਵਾ ਏਕ ਹੋਏ ਲੱਖ ਕੋਟੀ। ਉਹਦੀ ਫਿਰ ਇਹ ਤਮੰਨਾ ਹੁੰਦੀ ਹੈ ਵੀ ਮੇਰੀ ਇੱਕ ਜੀਭ ਹੈ ਨਾ, ਜਿਹੜੀ ਇੱਕ ਜੀਭ, ਆਖੋ ਵਾਹਿਗੁਰੂ 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 ਵਾਹਿਗੁਰੂ। ਆਪਾਂ ਤਾਂ ਇੱਕ ਵਾਰੀ ਵੀ ਨਹੀਂ ਜਪਦੇ ਸਾਧ ਸੰਗਤ, ਇੱਕ ਜੀਭ ਨਾਲ ਨਹੀਂ ਜਪਦੇ। ਉਹ ਤਾਂ ਕਹਿੰਦੇ ਵੀ ਮੇਰੀਆਂ ਇੰਨਾ ਜੀਭਾਂ ਹੋ ਜਾਣ, ਇੱਕ ਜੀਭ ਦੀਆਂ ਲੱਖਾਂ ਜੀਭਾਂ ਹੋ ਜਾਣ। ਇੱਕ ਦੂ ਜੀਭੋ ਲੱਖ ਹੋਏ, ਲੱਖ ਹੋਵੇ ਲੱਖ 20। ਇੱਕ ਜੀਭ ਦੀਆਂ ਲੱਖ ਜੀਭਾਂ ਹੋ ਜਾਣ ਤੇ ਲੱਖ ਜੀਭਾਂ ਦੀਆਂ 20 ਲੱਖ ਹੋ ਜਾਣ। ਕਹਿੰਦੇ ਜਿੰਨੇ ਮੇਰੇ ਸਰੀਰ ਦੇ ਰੋਮ ਨੇ ਸਾਰੀਆਂ ਜੀਭਾਂ ਬਣ ਜਾਣ। ਵਾਹਿਗੁਰੂ, ਇਹ ਗੁਰਬਾਣੀ ਦੇ ਬਚਨ ਨੇ। ਇੱਕ ਜੀਭ ਨਾਲ ਤਾਂ ਵਾਹਿਗੁਰੂ 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 ਕਰਨਾ ਹੀ ਕਰਨਾ। ਅਸੀਂ ਇੱਕ ਜੀਭ ਨਾਲ ਵੀ ਕਹਿੰਦੇ ਆ ਕੋਈ ਲੋੜ ਨਹੀਂ, ਤੋਤਾ ਰੱਟਣੀ ਆ ਜੀ, ਵਾਹਿਗੁਰੂ ਜਪਣ ਦੀ ਲੋੜ ਕੋਈ ਨਹੀਂ। ਮਹਾਰਾਜ ਕਹਿੰਦੇ ਇੱਕ ਜੀਭ ਨਾਲ ਉਹ ਮੂਰਖੋ ਲੱਖਾਂ ਜੀਭਾਂ ਮਿਲ ਜਾਣ ਤਾਂ ਵੀ ਘੱਟ ਹੈ। ਲੱਗੇ ਰਹੋ ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ। ਜੇਵਾ ਏਕ ਹੋਏ ਲੱਖ ਕੋਟੀ। ਇੱਕ ਜੀਭਾਂ ਲੱਖਾਂ ਬਣ ਜਾਣ ਤੇ ਲੱਖਾਂ ਤੋਂ ਕਰੋੜਾਂ ਬਣ ਜਾਣ। ਜਿੰਨੇ ਮੇਰੇ ਸਰੀਰ ਦੇ ਰੋਮ ਨੇ ਸਾਰੇ ਜੀਭਾਂ ਹੀ ਬਣ ਜਾਣ। ਜੇਵਾ ਇੱਕ ਜੀਭ, ਫਿਰ ਲੱਖਾਂ ਜੀਭਾਂ, ਫਿਰ ਕਰੋੜਾਂ ਜੀਭਾਂ ਹੋ ਜਾਣ। ਲੱਖ ਕੋਟੀ ਕੋਟ ਧਿਆਵੈ ਗੁਰੂ। ਲੱਖਾਂ ਕਰੋੜਾਂ ਜੀਭਾਂ ਨਾਲ ਲੱਖਾਂ ਕਰੋੜਾਂ ਵਾਲੀ ਜਪਾਂ ਮੈਂ। ਇੱਕ ਜੀਭ ਮੇਰੀ ਲੱਖਾਂ ਵਾਰੀ ਵਾਹਿਗੁਰੂ ਆਖੇ ਤੇ ਜੇ 20 ਲੱਖ ਜੀਭਾਂ ਹੋਣਗੀਆਂ ਫਿਰ ਕਿੰਨੇ ਵਾਰੀ ਹੋ ਜਾਏਗਾ। ਜੇ ਮੇਰੀਆਂ ਕਰੋੜ ਜੀਭਾਂ ਹੋਣਗੀਆਂ ਤੇ 1 ਕਰੋੜ ਜੀਭ ਨਾਲ ਮੈਂ ਕਰੋੜਾਂ ਵਾਰੀ ਨਾਮ ਜਪਾਂਗਾ ਫਿਰ ਕਿੰਨਾ ਹੋ ਜਾਏਗਾ। ਪਰ ਅੰਤ ਪਰਮੇਸ਼ਰ ਦਾ ਫਿਰ ਵੀ ਨਹੀਂ ਪੈਣਾ। ਆਖੋ ਸ੍ਰੀ ਵਾਹਿਗੁਰੂ। ਜੇਬਾ ਏਕ ਹੋਏ ਲੱਖ ਕੋਟੀ। ਇੱਕ ਜੀਭ ਤੋਂ ਲੱਖਾਂ ਜੀਭਾਂ ਹੋ ਜਾਣ। ਲੱਖ ਕੋਟੀ ਕੋਟ ਧਿਆਵੈ, ਕਰੋੜਾਂ ਵਾਰੀ ਵਾਹਿਗੁਰੂ 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 ਵਾਹਿਗੁਰੂ। ਬਸ ਮੇਰੇ ਰੋਮ ਰੋਮ ਚੋਂ ਇਹੀ ਆਵਾਜ਼ ਆਵੇ। ਰਹਾਉ। ਵਿਸਰਾਮ ਦੇ ਕੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹਨ। ਸਹਸ ਫਣੀ ਜਪਿਓ ਸਿੱਖ ਨਾਗੈ। ਸ਼ੇਸ਼ ਨਾਗ ਇੱਕ ਐਸਾ ਨਾਗ ਹੈ ਜਿਹਦੇ 1000 ਫਣ ਹਨ। ਤੇ ਸਾਧ ਸੰਗਤ ਜੀ ਤੁਸੀਂ ਸੱਪ ਦੇ ਮੂੰਹ 'ਚ ਜੀਭਾਂ ਦੇਖੀਆਂ ਹੋਣੀਆਂ। ਜਿਹੜੇ ਸੱਪ ਦੇ ਮੂੰਹ 'ਚ 2 ਜੀਭਾਂ ਹੁੰਦੀਆਂ। ਹਰ ਸੱਪ ਦੇ ਜੀਭ ਫਟੀ ਹੁੰਦੀ ਹੈ ਤਾਂ 2 ਹੁੰਦੀਆਂ ਨੇ। ਜਦੋਂ ਬਾਹਰ ਕੱਢਦਾ 2 ਦੇਖੀਆਂ ਤੁਸੀਂ। ਜੇ 1000 ਫਣ ਹੈ ਤੇ ਜੀਭਾਂ ਕਿੰਨੀਆਂ ਹੋ ਗਈਆਂ? 2000। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ 'ਚ ਲਿਖਦੇ ਨੇ, ਸੇਖ ਨਾਗ ਸਿਰ ਸਹਿਸ ਬਣਾਈ। ਸ਼ੇਸ਼ ਨਾਗ ਨੇ 1000 ਸਿਰ ਬਣਾਇਆ ਹੋਇਆ। ਸੇਖ ਨਾਗ ਸਿਰ ਸਹਿਸ ਬਣਾਈ, ਦਵੈਸ ਹੰਸ ਰਸ ਨਾ ਸੁਹਾਈ। 1000 ਉਹਦਾ ਸਿਰ ਹੈ ਤੇ 2000 ਉਹਦੀਆਂ ਜੀਭਾਂ ਨੇ। ਰਟਤ ਅਬ ਲਗੇ ਨਾਮ ਅਪਾਰਾ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਨਾ, ਅੱਜ ਤੱਕ ਸ਼ੇਸ਼ ਨਾਗ ਨਾਮ ਜਪਦਾ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜੇ ਨਾਮ ਇੱਕ ਵਾਰੀ ਲੈ ਲੈਂਦਾ ਉਹ ਰਿਪੀਟ ਨਹੀਂ ਕਰਦਾ। ਆਖੋ ਵਾਹਿਗੁਰੂ। ਆਪਾਂ ਤਾਂ ਇੱਕ ਨਾਂ ਜਪ ਲਾਂਗੇ, 2 ਜਪ ਲਾਂਗੇ, ਰਾਮ ਰਾਮ ਕਰ ਲਾਂਗੇ, ਹਰੀ ਹਰੀ ਕਰ ਲਾਂਗੇ, ਵਾਹਿਗੁਰੂ ਵਾਹਿਗੁਰੂ ਕਰ ਲਾਂਗੇ, ਅੱਲਾ ਅੱਲਾ ਕਰ ਲਾਂਗੇ। ਕਿੰਨੇ ਕੁ ਨਾਂ ਜਪ ਲਾਂਗੇ ਆਪਾਂ। ਉਹ ਕਹਿੰਦੇ ਜਿਹੜਾ ਨਾਮ ਇੱਕ ਵਾਰੀ ਮੂੰਹ ਤੋਂ ਕਹਿੰਦਾ ਦੁਬਾਰਾ ਰਿਪੀਟ ਨਹੀਂ ਕਰਦਾ, ਲੱਖਾਂ ਨਵੇਂ ਨਾਂ ਰੋਜ਼ ਲੈਂਦਾ ਪਰਮੇਸ਼ਰ ਦੇ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਹਦੇ ਕੋਲੋਂ ਨਾਂ ਹੀ ਨਹੀਂ ਮੁੱਕੇ, ਨਾਂ ਹੀ ਨਹੀਂ ਮੁੱਕੇ ਪਰਮੇਸ਼ਰ ਦੇ। ਕਹਿੰਦੇ ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। हे ਵਾਹਿਗੁਰੂ ਤੇਰਾ ਪਾਰਾਵਾਰ ਨਹੀਂ ਪਾ ਸਕਦਾ। ਸਤਿਗੁਰੂ ਰਾਮਦਾਸ ਸਾਹਿਬ ਜੀ ਵੀ ਇੱਥੇ ਲਿਖ ਰਹੇ ਨੇ, ਕਹਿੰਦੇ ਸੇਖ ਸਹਿਸ ਫਨੀ ਜਪਿਓ ਸੇਖ ਨਾਗੈ।
ਸਹਿਸ ਮੈਨੇ ਹਜ਼ਾਰ ਫਣ, ਹਜ਼ਾਰ ਫਣ ਵਾਲੇ ਸ਼ੇਸ਼ ਨਾਗ ਨੇ ਵਾਹਿਗੁਰੂ ਦੇ ਬੇਅੰਤ ਬੇਅੰਤ ਨਾਮ ਜਪੇ ਹਨ। ਹਰ ਜਪਤਿਆ ਅੰਤ ਨ ਪਾਵੈ ਗੋ। ਜਪ ਜਪ ਕੇ ਥੱਕ ਗਿਆ ਮਹਾਰਾਜ ਦੇ, ਅੰਤ ਨਹੀਂ ਪਏ ਨਾਮਾਂ ਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਰਲਾਹੇ। ਅੰਤ ਨੂੰ ਪਾਣ ਵਾਲੇ ਕਿੰਨੇ ਤੜਫ ਰਹੇ ਨੇ, ਬਿਰਲਾਪ ਕਦੇ ਅੰਤ ਪੈ ਜਾਵੇ ਤਾਂ ਕਿ ਅੰਤ ਨਾ ਪਾਏ ਜਾਏ। ਉਹ ਪਰਮੇਸ਼ਰ ਦਾ ਅੰਤ ਨਹੀਂ ਪੈਂਦਾ। ਸ਼ੇਸ਼ ਨਾਗ ਵੀ ਮਹਾਰਾਜ ਤੇਰੇ ਨਾਮਾਂ ਦਾ ਅੰਤ ਨਹੀਂ ਪਾ ਸਕਿਆ। ਤੂੰ ਅਥਾਹੁ ਅਤ ਅਗਮ ਅਗਮ ਹੈ। ਇਹ ਵਾਹਿਗੁਰੂ ਤੂੰ ਅਥਾਹ ਹੈ। ਥਾਹ ਕਹਿੰਦੇ ਨੇ ਸਾਧ ਸੰਗਤ ਜੀ ਸਮੁੰਦਰ ਦੇ ਵਿੱਚ ਜਦੋਂ ਆਪਾਂ ਥੱਲੇ ਦੇਖਦੇ ਆ ਨਾ ਵੀ ਕਿੰਨੀ ਡੂੰਘਾਈ ਹੈ ਪਾਣੀ ਦੇ ਵਿੱਚ, ਉਹਨੂੰ ਥਾਹ ਕਹਿੰਦੇ ਆ। ਦਰਿਆ ਵਿੱਚ, ਨਦੀ ਵਿੱਚ, ਸਰੋਵਰ ਚ, ਤਲਾਬ ਵਿੱਚ ਜਿਹੜੇ ਟੁੱਬੇ ਜਾਂ ਛਾਲ ਮਾਰ ਕੇ ਟੁੱਬੀ ਮਾਰ ਕੇ ਤਾਰੀ ਲਾ ਕੇ ਥੱਲੇ ਜਾਂਦੇ ਨੇ, ਉਹ ਉੱਪਰ ਆ ਕੇ ਦੱਸਦੇ ਨੇ ਵੀ ਆਹ ਸਰੋਵਰ 15 ਫੁੱਟ ਡੂੰਘਾ, ਆਹ ਸਰੋਵਰ 20 ਫੁੱਟ ਡੂੰਘਾ, ਆਹ ਨਦੀ ਜਿਹੜੀ ਹੈ 50 ਫੁੱਟ ਡੂੰਘੀ ਪਾਣੀ ਥੱਲੇ, ਆਹ ਜਿਹੜਾ ਸਮੁੰਦਰ ਹੈ ਇੰਨੇ ਮੀਟਰ ਡੂੰਘਾ ਹੈ, ਇੰਨੇ 1000 ਫੁੱਟ ਡੂੰਘਾ ਹੈ। ਉਹ ਦੱਸਦੇ ਨੇ ਨਾ, ਸਮੁੰਦਰ ਦੀ ਗਹਿਰਾਈ ਵੀ ਦੱਸ ਦਿੰਦੇ ਨੇ ਸਮੁੰਦਰ ਦੀ। ਹਾਲਾਂਕਿ ਸਾਡੇ ਵਰਗਿਆਂ ਨੂੰ ਤਾਂ ਸਾਧ ਸੰਗਤ ਜੀ ਵੀ ਬੜਾ ਔਖਾ, ਪਰ ਚਲੋ ਇਹੋ ਜਿਹੇ ਲੋਕ ਨੇ ਜਿਹੜੇ ਸਮੁੰਦਰ ਦੀ ਥੱਲੇ ਜਾ ਕੇ ਉਹ ਤਹਿ ਨੂੰ ਹੱਥ ਲਾ ਕੇ ਆਉਂਦੇ ਨੇ, ਦੱਸ ਦਿੰਦੇ ਵੀ ਇੱਥੋਂ ਸਮੁੰਦਰ ਇੰਨਾ ਡੂੰਘਾ। ਸਮੁੰਦਰ ਦੀ ਥਾਂ ਦਾ ਭਾਅ ਲੈਣਗੇ ਪਰ ਵਾਹਿਗੁਰੂ ਦੀ ਥਾਂ ਨਹੀਂ ਪੈ ਸਕਦੀ। ਵਾਹਿਗੁਰੂ ਕਿੰਨਾ ਡੂੰਘਾ, ਤੂੰ ਅਥਾ ਅਤ ਅਗੰਮ ਅਗੰਮ ਹੈ। ਅਗੰਮ ਕਹਿੰਦੇ ਨੇ ਜਿਹਦੇ ਤੱਕ ਗਮ ਕਹਿੰਦੇ ਜਾਣਾ, ਗਮਨ ਕਰਨਾ। ਅੰਗਰੇਜ਼ੀ ਵਾਲੇ ਗੋ ਕਹਿੰਦੇ ਨੇ, ਆਪਣੇ ਗਮ ਕਹਿੰਦੇ ਸੰਸਕ੍ਰਿਤ ਵਿੱਚ ਜਾਣਾ, ਕਿਤੇ ਪਹੁੰਚਣਾ, ਅੱਪੜਨਾ। ਤੇ ਆ ਲਾ ਦਿਓ ਪਿੱਛੇ ਪਹਿਲਾਂ, ਅਗੰਮ ਜਿਹਦੇ ਤੱਕ ਨਹੀਂ ਅੱਪੜ ਸਕਦੇ। ਗਮ ਮੈਨੇ ਅੱਪੜਨਾ, ਅਗੰਮ ਮੈਨੇ ਨਾ ਅੱਪੜਨਾ। ਕਹਿੰਦੇ ਵਾਹਿਗੁਰੂ ਤਾਂ ਕੋਈ ਅੱਪੜ ਨਹੀਂ ਸਕਦਾ। ਵਾਹਿਗੁਰੂ ਦੀ ਡੂੰਘਾਈ ਨੂੰ ਕੋਈ ਹੱਥ ਲਾ ਕੇ ਨਹੀਂ ਦੱਸ ਸਕਦਾ ਇਹਦੀ ਹਾਥ ਕਿੰਨੀ ਹੈ। ਹਾਥ ਮੈਨੇ ਡੂੰਘਾਈ, ਇਹਦੀ ਡੂੰਘਾਈ ਥੱਲੇ ਥਾਹ ਹੈ, ਅਥਾ ਕੋਈ ਥਾਹ ਨਹੀਂ ਪਾ ਸਕਦਾ। ਇਹਦੀ ਲੰਬਾਈ ਵੀ ਅਗੰਮ ਹੈ, ਕੋਈ 1000 ਮੀਲ ਤੁਰਨ ਵਾਲਾ, ਕੋਈ ਲੱਖਾਂ ਮੀਲ ਤੁਰਨ ਵਾਲਾ, ਕੋਈ ਕਰੋੜਾਂ ਅਰਬਾਂ ਖਰਬਾਂ ਮੀਲ ਤੁਰਨ ਵਾਲਾ ਰਾਕਟ ਵੀ ਬਣਾ ਲਓ, ਜਹਾਜ਼ ਬਣਾ ਲਓ, ਉਡਾਰੀ ਮਾਰੋ ਵੀ ਮੈਂ ਸੱਚਖੰਡ ਪਹੁੰਚ ਜਾਵਾਂ। ਕਹਿੰਦੇ ਪਰਮੇਸ਼ਰ ਦੇ ਦੇਸ਼ ਨਹੀਂ ਪਹੁੰਚ ਸਕਦਾ। ਆਖੋ ਸਤਿਨਾਮ ਸ੍ਰੀ। ਦੁਨੀਆ ਦੇ ਚੰਦਰਮਾ ਦੇ ਜਾਣ ਵਾਸਤੇ ਜਹਾਜ਼ ਬਣਾਏ ਜਾ ਸਕਦੇ ਨੇ, ਰਾਕਟ ਬਣਾਏ ਜਾ ਸਕਦੇ ਨੇ। ਮੰਗਲ ਗ੍ਰਹਿ ਦੀਆਂ ਤੇ ਦੂਸਰੇ ਗ੍ਰਹਿ ਦੀਆਂ ਫੋਟੋਆਂ ਨਾਸਾ ਵਾਲਿਆਂ ਨੇ ਲਿਆ ਕੇ ਦੁਨੀਆ ਨੂੰ ਦਿਖਾਈਆਂ ਨੇ, ਪਰ ਪਰਮਾਤਮਾ ਦੀ ਫੋਟੋ ਅੱਜ ਤਾਈਂ ਕੋਈ ਨਹੀਂ ਦਿਖਾ ਸਕਿਆ। ਤੂੰ ਅਥਾ ਹੈ ਵਾਹਿਗੁਰੂ, ਤੂੰ ਅਥਾ ਹੈ, ਡੂੰਘਾ ਹੈ, ਡੂੰਘੇ ਤੋਂ ਵੀ ਡੂੰਘਾ ਹੈ। ਤੇਰੀ ਡੂੰਘਾਈ ਕੋਈ ਨਹੀਂ ਮਾਪ ਸਕਦਾ, ਤੇਰੀ ਲੰਬਾਈ ਚੜਾਈ ਕੋਈ ਨਹੀਂ ਮਾਪ ਸਕਦਾ, ਤੇਰੀ ਦੂਰੀ ਨਹੀਂ ਕੋਈ ਮਾਪ ਸਕਦਾ। ਤੂੰ ਦੂਰ ਤੋਂ ਦੂਰ, ਦੂਰ ਤੋਂ ਦੂਰ ਤੇ ਨੇੜੇ ਤੋਂ ਨੇੜੇ ਹੈ। ਨੇਰਾ ਨਾਹੀ ਦੂਰ, ਨਿਜ ਆਤਮੈ ਰਿਆ ਭਰਪੂਰ। ਐਸਾ ਸੂਖਮ ਮਸਲਾ ਹੈ, ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂਜੀ। ਮਤ ਗੁਰਮਤ ਮਨ ਠਹਿਰਾਵੈ ਗੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਪਰੇ ਤੋਂ ਪਰੇ ਹੈ, ਡੂੰਘਾ ਤੋਂ ਡੂੰਘਾ ਹੈ, ਉੱਚੇ ਤੋਂ ਉੱਚਾ, ਦੂਰ ਤੋਂ ਦੂਰ ਹੈ, ਉਹਦੇ ਤੇ ਮਨ ਕਿਵੇਂ ਠਹਿਰੇਗਾ, ਕਿਵੇਂ ਟਿਕੇਗਾ? ਕਿਉਂਕਿ ਸਾਡੇ ਸਾਹਮਣੇ ਵੀ ਚੀਜ਼ ਪਈ ਹੋਵੇ, ਉਹਦੇ ਤੇ ਵੀ ਸਾਡਾ ਮਨ ਨਹੀਂ ਟਿਕਦਾ। ਆਖੋ ਵਾਹਿਗੁਰੂ। ਸਾਡੇ ਸਾਹਮਣੇ ਕੋਈ ਚੀਜ਼ ਰੱਖਦੇ, ਉਹਨੂੰ ਕਹੀਏ ਵੀ ਤੂੰ ਆਪਣਾ ਮਨ ਸਾਰਾ ਦਿਨ ਇੱਥੇ ਟਿਕਾ ਲਾ। ਕਈ ਲੋਕ ਕਰਦੇ ਨੇ, ਜਿਹੜੇ ਤਰਾਟਕ ਵਿਦਿਆ ਵਾਲੇ ਨੇ, ਧਿਆਨੀ ਲੋਕ ਨੇ, ਉਹ ਕਿਸੇ ਚੀਜ਼ ਤੇ ਧਿਆਨ ਲਾ ਕੇ ਫੋਕਸ ਕਰਦੇ ਨੇ, ਆਪਣਾ ਸਾਰਾ ਕੇਂਦਰਿਤ ਧਿਆਨ ਕਰਦੇ ਨੇ। ਕਈ ਦੀਵਾ ਬਾਲ ਕੇ ਦੀਵੇ ਵੱਲ ਵੇਖੀ ਜਾਂਦੇ ਨੇ, ਮੋਮਬੱਤੀ ਬਾਲ ਕੇ ਮੋਮਬੱਤੀ ਵੱਲ ਵੇਖਦੇ ਨੇ, ਧਿਆਨ ਲਾਉਂਦੇ। ਸਾਹਮਣੇ ਕੋਈ ਚੀਜ਼, ਕੋਈ ਜਿਹੜੇ
ਮੂਰਤੀ ਨੂੰ ਪੂਜਾ ਕਰਦੇ ਨੇ, ਉਹ ਮੂਰਤੀ ਦਾ ਧਿਆਨ ਕਰਦੇ ਨੇ, ਭਗਵਾਨ ਨੂੰ ਉਹਦੇ 'ਚ ਆਰੋਪਣ ਕਰਕੇ ਪੂਜਾ ਕਰਦੇ ਨੇ ਵੀ ਮੇਰੇ ਸਾਹਮਣੇ ਭਗਵਾਨ ਬੈਠਾ। ਆਪਾਂ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਧਿਆਨ ਵਾਸਤੇ ਕਰਦੇ ਹਾਂ, ਪਰ ਧਿਆਨ ਫਿਰ ਵੀ ਤਿਲਕ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਧਿਆਨ ਤਿਲਕ ਜਾਂਦਾ, ਟਿਕਦਾ ਨਹੀਂ। ਬੜਾ ਬਹੁਤ ਬਰੀਕੀ ਹੈ, ਬੜੀ ਸੂਖਮ ਤੰਦ ਹੈ। ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਸੁਣਦੇ ਹਾਂ, ਭੱਜਦਾ ਬਾਹਰ ਨੂੰ ਮਨ, ਨਹੀਂ ਟਿਕਦਾ। ਕਹਿੰਦੇ ਕਿਵੇਂ ਟਿਕੇਗਾ? ਗੁਰਮਤਿ ਮਨ ਠਹਿਰਾਵੇ। ਜਦੋਂ ਗੁਰੂ ਦੀ ਮੱਤ ਹਿਰਦੇ 'ਚ ਵਸੇਗੀ ਨਾ, ਗੁਰੂ ਦੀ ਕਿਰਪਾ ਹੋਵੇਗੀ, ਉਦੋਂ ਮਨ ਬਸ ਆਵੇ ਨਾਨਕਾ। ਜੇ ਪੂਰਨ ਕਿਰਪਾ ਹੋਵੇ, ਪੂਰਨ ਕਿਰਪਾ ਹੋ ਜਾਏਗੀ, ਕਲਾ ਵਰਤ ਜਾਏਗੀ ਸ਼ਬਦ ਦੀ, ਫਿਰ ਟਿਕ ਜਾਂਦਾ ਹੈ। ਜਿਨ ਤੂ ਜਪਿਓ ਤੇਈ ਜਨ ਨੀਕੇ। ਨੀਕੇ ਕਹਿੰਦੇ ਚੰਗੇ, ਭਲੇ, ਵਧੀਆ, ਸਿਆਣੇ, ਸੁਗੜ, ਸਮਝਦਾਰ, ਨੀਕੇ, ਚੰਗੇ। ਜਿਨ ਤੂੰ ਜਪਿਓ, ਹੇ ਵਾਹਿਗੁਰੂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ, ਤੇਰਾ ਸਿਮਰਨ ਕੀਤਾ ਹੈ, ਉਹੀ ਭਲੇ ਹਨ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਦੁਨੀਆ ਦੇ ਆ ਕੇ ਤੇਰਾ ਨਾਮ ਜਪਿਆ ਉਹੀ ਚੰਗੇ ਆ। ਬਾਕੀ ਚੰਗੇ ਤੇ ਸਾਰੇ ਆਪਾਂ ਬਣੇ ਫਿਰਦੇ ਆ, ਕੋਈ ਵੀ ਘਾਟ ਨਹੀਂ ਕਹਾਉਂਦਾ। ਘਾਟ ਨਾ ਗਿਣੀ ਕਹਾਇਆ, ਸਭ ਕਹਤੇ ਹੈ ਪਾਇਆ। ਮਾਰੇ ਕਹਿੰਦੇ ਸਭ ਕੋ ਪੂਰਾ ਆਪੋ ਹੋਵੇ, ਘਟ ਨਾ ਕੋਈ ਆਖੈ। ਕਿਸੇ ਨੂੰ ਵੀ ਪੁੱਛ ਲਓ, ਉਹ ਕਹਿੰਦਾ ਮੈਂ ਠੀਕ ਹਾਂ, ਮੇਰੀ ਮਰਜ਼ਾਦਾ ਠੀਕ ਹੈ, ਮੇਰਾ ਨਿਤਨੇਮ ਠੀਕ ਹੈ, ਮੈਂ ਬਿਲਕੁਲ ਕਲੀਅਰ ਹਾਂ, ਮੈਂ ਰੱਬ ਨੂੰ ਮਿਲਿਆ ਹੋਇਆ। ਸਾਰਿਆਂ ਨੇ ਅੱਜ ਕੱਲ੍ਹ ਸੱਚਖੰਡ ਜਾਣ ਦੇ ਸਰਟੀਫਿਕੇਟ ਬਣਾਏ ਹੋਏ, ਸਾਰਿਆਂ ਦੇ ਇੱਕ ਦਾਅਵੇ ਨੇ ਵੀ ਅਸੀਂ ਬਸ ਰੱਬ ਨੂੰ ਅਸੀਂ ਫੜਿਆ ਹੋਇਆ, ਰੱਬ ਸਾਡੀ ਜਾਇਦਾਦ ਹੈ। ਸਤਿਗੁਰੂ ਕਹਿੰਦੇ ਨਹੀਂ, ਰੱਬ ਕਿਸੇ ਦੀ ਜਾਇਦਾਦ ਨਹੀਂ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਪ੍ਰੇਮ ਦਾ ਭੁੱਖਾ ਜਿਹਦੇ ਕੋਲ ਭਾਵਨਾ, ਉਹ ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਭਾਵੇਂ ਉਹ ਈਸਾਈ ਹੋਵੇ, ਭਾਵੇਂ ਜੈਨੀ ਹੋਵੇ, ਬੋਧੀ ਹੋਵੇ, ਉਹ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਮਹਾਰਾਜ ਕਹਿੰਦੇ ਭਾਵਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਤੇ ਜਿਹਦੇ ਕੋਲ ਭਾਵਨਾ ਨਹੀਂ, ਜੋ ਮਰਜ਼ੀ ਹੋਵੇ, ਉਹ ਕੁਛ ਨਹੀਂ ਹੈ। ਮਹਾਰਾਜ ਸਾਹਿਬ ਜੀ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਭਾਵਨਾ ਬਣ ਗਈ, ਜਿਨ੍ਹਾਂ ਨੂੰ ਪਰਮੇਸ਼ਰ ਨਾਲ ਪ੍ਰੇਮ ਬਣ ਗਿਆ, ਉਹ ਪਰਮੇਸ਼ਰ ਨਾਲ ਜੁੜ ਜਾਂਦੇ ਹਨ। ਹਰਿ ਜਪਤਿਆ ਹੋ ਸੁਖ ਪਾਵੈ ਗੋ। ਵਾਹਿਗੁਰੂ 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 ਵਾਹਿਗੁਰੂ। ਹਰ ਜਪਤਿਓ, ਜਪਦਿਆਂ ਸੁਖ ਪਾਵੈ ਗੋ। ਸਾਰੇ ਆਪਾਂ ਸੁਖ ਦੇ ਗਾਹਕ ਹਾਂ। ਜਿੰਨੀ ਦੁਨੀਆ ਸੰਸਾਰ 'ਚ ਕਿਸੇ ਬੰਦੇ ਨੂੰ ਪੁੱਛ ਲਓ ਦੁਖੀ ਹੋਣਾ, ਕਹਿੰਦਾ ਨਹੀਂ। ਸੁਖੀ ਹੋਣਾ, ਕਹਿੰਦਾ ਹਾਂਜੀ। ਪਸ਼ੂ ਨੂੰ ਵੀ ਸੁੱਖ ਚਾਹੀਦਾ। ਦਰਖਤ ਨੂੰ ਅੱਗ ਲੱਗਦੀ ਹੈ, ਪੰਛੀ ਉੱਡ ਜਾਂਦੇ, ਪਤਾ ਦੁੱਖ ਆ ਗਿਆ। ਜਿਹੜੇ ਦੇਸ਼ 'ਚ ਕਾਲ ਪੈ ਜੇ, ਪੰਛੀ ਨੂੰ ਪਾਣੀ ਨਾ ਮਿਲੇ, ਉੱਥੋਂ ਉੱਡ ਜਾਂਦਾ, ਦੁੱਖ ਨੂੰ। ਜੰਗਲ ਨੂੰ ਅੱਗ ਲੱਗਦੀ, ਪਸ਼ੂ ਦੌੜ ਕੇ ਬਾਹਰ ਜਾਂਦੇ, ਦੁੱਖ ਨਹੀਂ ਚਾਹੁੰਦੇ, ਸੁੱਖ ਚਾਹੁੰਦੇ, ਛਾਂ ਚਾਹੁੰਦੇ ਆ, ਆਰਾਮ ਚਾਹੁੰਦੇ ਆ, ਪਾਣੀ ਚਾਹੁੰਦੇ ਆ, ਖਾਣ ਨੂੰ ਚਾਹੁੰਦੇ ਆ। ਉਹਨਾਂ ਦੇ ਪਰਿਵਾਰ ਬੱਚੇ ਵੀ ਸੁਖੀ ਰਹਿਣ, ਉਹ ਵੀ ਚਾਹੁੰਦੇ ਆ। ਦੁਨੀਆ 'ਚ ਕੋਈ ਵੀ 84 ਲੱਖ ਜੂਨਾਂ ਜਿਹੇ ਜੂਨ ਨੇ ਜਿਹੜੀ ਦੁੱਖ ਚਾਹੁੰਦੀ ਹੋਵੇ, ਸਾਰੇ ਸੁੱਖ ਚਾਹੁੰਦੇ ਆ। ਮਹਾਰਾਜ ਕਹਿੰਦੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਦੁੱਖ ਤੇ ਕੋਈ ਵੀ ਨਹੀਂ ਮੰਗਦਾ। ਉਹ ਦੁੱਖ ਤੋਂ ਬਚਣ ਦਾ ਤਰੀਕਾ ਕੀ ਹੈ, ਸੁੱਖ ਦੀ ਪ੍ਰਾਪਤੀ ਕੀ ਹੈ? ਮਹਾਰਾਜ ਕਹਿੰਦੇ ਨਾਮ ਜਪਦੇ ਹੀ ਸੁੱਖ ਦੀ ਪ੍ਰਾਪਤੀ ਹੈ। ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਬਿਦਰ ਦਾਸੀ ਸੁਧ ਛੋਕ ਛੋਹਰਾ। ਹਾਂ, ਮਹਾਰਾਜ ਕਹਿੰਦੇ ਦੇਖੋ ਲੋਕਾਂ ਦੀ ਨਿਗਾਹ ਵਿੱਚ ਨੀਵਾਂ ਸੀਗਾ ਬਿਦਰ, ਕਿਉਂਕਿ ਜਦੋਂ ਅੰਬਿਕਾ ਤੇ ਅੰਬਾਲਕਾ ਨਾਮ ਦੀਆਂ ਦੋ ਆਪਣੀਆਂ ਨੂੰਹਾਂ ਨੂੰ ਸਰਸਵਤੀ ਕਹਿਣ ਲੱਗੀ, ਤੁਸੀਂ ਹੁਣ ਵਿਧਵਾ ਹੋ ਗਈਆਂ ਹੋ ਪੁੱਤਰ, ਤੇ ਸਾਡੀ ਕੁਲ ਦਾ ਕੋਈ ਦੀਵਾ ਅੱਗੇ ਬਲਦਾ ਨਹੀਂ, ਤੇ ਜਾਓ ਆਸ਼ਰਮ ਮੁਨੀ ਦੇ ਆਸ਼ਰਮ ਤੋਂ ਉਥੋਂ ਪੁੱਤਰ ਦੀ ਦਾਤ ਲਵੋ। ਲੰਮਾ ਇਤਿਹਾਸ ਹੈ। ਕਹਿੰਦੇ ਜਦੋਂ ਵੱਡੀ ਰਾਣੀ ਗਈ, ਉਹ ਰਿਸ਼ੀ ਦਾ ਕਾਲਾ ਸਰੂਪ ਦੇਖ ਕੇ ਅੱਖਾਂ ਮੀਚ ਲਈਆਂ, ਪੁੱਤਰ ਅੰਨਾ ਜੰਮਿਆ, ਜਿਹਨੂੰ ਕਹਿੰਦੇ ਧ੍ਰਿਤਰਾਸ਼ਟਰ। ਦੂਜੀ ਗਈ, ਉਹ ਵੇਖ ਕੇ ਪੀੜੀ ਪੈ ਗਈ, ਉਹਦੇ ਪਾਂਡੂ ਜੰਮਿਆ, ਬਿਮਾਰ ਸੀਗਾ, ਰੋਗੀ ਸੀ, ਇਹਦੇ 5 ਪਾਂਡੂ ਪੁੱਤਰ ਜੰਮੇ। ਫਿਰ ਉਹਨੇ ਵੱਡੀ ਨੂੰ ਆਖਿਆ ਆਪਣੀ ਨੂੰਹ ਨੂੰ, ਪੁੱਤਰ ਤੂੰ ਜਾ, ਸੰਤਾਨ ਚੰਗੀ ਹੋਵੇ,
ਉਹ ਆਪ ਨਾ ਗਈ, ਉਹਨੇ ਦਾਸੀ ਭੇਜ ਦਿੱਤੀ। ਦਾਸੀ ਦੇ ਪੇਟ ਤੋਂ ਸਰਬ ਗੁਣ ਸੰਪੰਨ ਮਹਾ ਵਿਦਵਾਨ ਬਿਦਰ ਜੀ ਪੈਦਾ ਹੋਏ। ਪਰਮੇਸ਼ਰ ਦੇ ਭਗਤ ਸਨ, ਮਨ ਨੀਵਾਂ ਸੀ, ਮਤ ਉੱਚੀ ਸੀ। ਜਦੋਂ ਭਗਵਾਨ ਕ੍ਰਿਸ਼ਨ ਜੀ ਵਕੀਲ ਬਣ ਕੇ ਪਾਂਡਵਾਂ ਵੱਲੋਂ ਆਏ ਵੀ ਚਲੋ ਇਹਨਾਂ ਦਾ ਝਗੜਾ ਨਿਬੇੜ ਦਈਏ, ਭਗਵਾਨ ਜੀ ਚੌਰਾਹੇ ਵਿੱਚ ਜਦੋਂ ਰੱਥ ਤੇ ਉਤਰੇ ਤੇ ਅੱਗੋਂ ਉੱਥੇ ਦੁਰਯੋਧਨ ਮਿਲਿਆ ਸੀ। ਦੁਰਯੋਧਨ ਪਹਿਲਾਂ ਮਿਲਿਆ ਬਾਹਰ, ਜਿਵੇਂ ਆਪਾਂ ਇੱਥੇ ਜਾਈਏ ਚੌਂਕ ਦੇ ਵਿੱਚ, ਕੋਈ ਬਾਹਰੋਂ ਆਉਂਦਾ, ਆਪਾਂ ਘਰੋਂ ਨਿਕਲੀਏ ਬਾਹਰ ਮਿਲ ਜਾਵੇ। ਮਿਲਿਆ ਕ੍ਰਿਸ਼ਨ ਜੀ ਮਹਾਰਾਜ ਨੂੰ, ਫਤਿਹ ਬੁਲਾਈ, ਪਰ ਅੰਦਰ ਭਾਵਨਾ ਕੋਈ ਹੈ ਨਹੀਂ ਸੀ। ਮੈਂ ਵੱਡਾ ਰਾਜਾ ਹਾਂ, ਇਹ ਕੀ ਹੈ, ਤੇ ਗਵਾਲਿਆਂ ਦਾ ਮੁੰਡਾ ਹੈ। ਹੰਕਾਰ ਸੀ ਨਾ। ਉਹਨੇ ਆਓ ਭਗਤ ਵੀ ਚੱਜ ਨਾਲ ਨਹੀਂ ਕੀਤੀ। ਚਲੋ ਤੁਸੀਂ ਕ੍ਰਿਸ਼ਨ ਜੀ ਚਲੋ ਜਲ ਪਾਣੀ ਛਕੋ, ਮੈਂ ਜਰਾ ਘੋੜਿਆਂ ਦੇ ਤਬੇਲੇ 'ਚ ਹੋ ਕੇ ਆਉਣਾ। ਕ੍ਰਿਸ਼ਨ ਜੀ ਸਮਝ ਗਏ ਵੀ ਇੱਥੇ ਭਾਵਨਾ ਕੋਈ ਨਹੀਂ। ਉਧਰੋਂ ਬਿਦਰ ਨੇ ਸਮਝਿਆ ਇਸ਼ਾਰਾ, ਘਰ ਲੈ ਗਿਆ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਬੋਲਾ ਦੁਰਯੋਧਨ ਹੋਏ ਰੁੱਖਾ। ਸਵੇਰੇ ਸਭਾ ਵਿੱਚ ਰੁੱਖਾ ਬੋਲਿਆ, ਕਹਿਣ ਲੱਗਾ ਘਰ ਹੈ ਸਾਡਾ ਛੱਡ ਕੇ ਗੋਲੇ ਦੇ ਘਰ ਜਾਏਂਗੇ ਸੁੱਖਾ। ਸਾਡਾ ਰਾਜਿਆਂ ਦਾ ਘਰ ਛੱਡ ਕੇ ਤੂੰ ਰਾਤ ਗੁਲਾਮਾਂ ਦੇ ਘਰ ਸਾਡੇ ਗੋਲਿਆਂ ਦੇ ਕੱਟੀ, ਸਾਡੀ ਬੇਇੱਜ਼ਤੀ ਕੀਤੀ ਹੈ ਤੂੰ। ਭੀਸ਼ਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ। ਮੇਰਾ ਘਰ ਛੱਡਿਆ, ਭੀਸ਼ਮ ਪਿਤਾਮੇ ਦੇ ਘਰ ਚਲੇ ਜਾਂਦੇ, ਉੱਥੇ ਵੀ ਨਹੀਂ ਗਏ। ਦਰੋਣਾਚਾਰਿਆ ਦੇ ਘਰ ਚਲੇ ਜਾਂਦੇ, ਕਿਰਪਾਚਾਰਿਆ ਦੇ ਘਰ ਚਲੇ ਜਾਂਦੇ। ਤੁਸੀਂ ਸਾਡੇ ਵੱਡੇ ਲੋਕਾਂ ਦਾ ਘਰ ਛੱਡ ਕੇ ਸਾਡੇ ਗੁਲਾਮ ਦੇ ਘਰ ਰਾਤ ਕੱਟੀ, ਸਾਡੀ ਨੱਕ ਵੱਢੀ ਹੈ। ਉੱਥੇ ਖਾਧਾ ਵੀ ਕੀ ਸੀ, ਅਲੂਣਾ ਸਾਗ, ਤੇ ਲੂਣ ਵੀ ਪਾਉਣਾ ਭੁੱਲ ਗਈ ਸੀ ਮਾਤਾ ਪਿੱਤਰ ਦੀ ਘਰ ਵਾਲੀ ਪ੍ਰੇਮ ਦੇ ਵਿੱਚ। ਤੇ ਉਹ ਭਗਵਾਨ ਜੀ ਸਾਰਾ ਹੀ ਛਕ ਗਏ ਸਨ, ਵੀ ਇਹਨਾਂ ਨੂੰ ਪਤਾ ਨਾ ਲੱਗ ਜਾਏ ਵੀ ਪਿੱਛੇ ਵੀ ਬਚਿਆ ਨਹੀਂ, ਸਾਰੀ ਖਾਲੀ ਕਰਕੇ ਸਨ ਚਾਟੀ। ਕਹਿੰਦੇ ਬੜਾ ਸਵਾਦ ਹੈ, ਸਾਰਾ ਹੀ ਖਾ ਗਏ ਵਿੱਚ ਵੀ, ਤਾਂ ਕਿ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਅਸੀਂ ਲੂਣ ਨਹੀਂ ਪਾਇਆ। ਸਵੇਰੇ ਭਰੀ ਸਭਾ ਵਿੱਚ ਦੁਰਯੋਧਨ ਨੇ ਦੂਜਾ ਪੱਤਾ ਖੇਡਿਆ। ਪਹਿਲਾਂ ਤੇ ਪੁੱਛਿਆ ਨਹੀਂ, ਆਇਆ ਜੀ ਆਇਆ ਨਹੀਂ ਕੀਤਾ, ਸਵੇਰੇ ਦੂਜੇ ਪਾਸੇ ਹੋ ਗਿਆ। ਕਈ ਲੋਕਾਂ ਦੀ ਆਦਤ ਹੁੰਦੀ ਹੈ, ਜਦੋਂ ਵਿਚਾਰੇ ਦੇ ਘਰ ਕੋਈ ਪ੍ਰਾਹੁਣਾ ਆਇਆ ਬੈਠਾ ਤੇ ਉਹਨੂੰ ਕਹਿਣਗੇ ਪ੍ਰਸ਼ਾਦਾ ਬਣਾਈਏ ਜੀ, ਲੰਗਰ ਬਣਾਈਏ ਜੀ, ਚਾਹ ਬਣਾਈਏ ਜੀ। ਉਹ ਵਾਲਾ ਹੁਣ ਕੀ ਆਖੇ ਬਣਾਓ, ਉਹ ਕਹਿੰਦਾ ਕੋਈ ਨਹੀਂ ਜੀ ਮੈਂ ਠੱਕਿਆ, ਠੀਕ ਹੈ। ਉਹ ਟੁਰ ਜਾਂਦਾ ਜਦੋਂ ਉੱਠ ਕੇ। ਤੇ ਸਵੇਰੇ ਫਿਰ ਉਹ ਰਾਤੀ ਅਸੀਂ ਲੰਗਰ ਬਣਾ ਕੇ ਤੁਹਾਨੂੰ ਉਡੀਕਦੇ ਰਹੇ, ਤੁਸੀਂ ਮੁੜ ਕੇ ਆਏ ਹੀ ਕੋਈ ਨਹੀਂ। ਉਹੋ ਜਿਹੇ ਬੰਦੇ ਹੁੰਦੇ ਆ ਪੱਤਾ ਖੇਡਣ ਵਾਲੇ। ਉਹ ਕਹਿੰਦੇ ਤੁਸੀਂ ਮਹਾਰਾਜ ਰਾਤੀ ਉਧਰ ਚਲੇ ਗਏ ਸਾਡੇ ਵੱਲ। ਭਗਵਾਨ ਕਹਿੰਦੇ ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਹੋਏ ਭਾਵ ਹੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਆਪਣੇ ਹਾਥੀ ਘੋੜਿਆਂ ਦੇ ਭਰਮ ਭੇਖੇ 'ਚ ਪੈ ਗਿਆ, ਮੈਂ ਵੱਡਾ ਰਾਜਾ, ਪਰਮੇਸ਼ਰ ਦੀ ਜੋਤ ਨੂੰ ਪਛਾਣਿਆ ਨਹੀਂ। ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਣੋ, ਅੰਮ੍ਰਿਤ ਕਰ ਮੈਂ ਮਾਨਿਆ। ਤੇਰੇ ਦੁੱਧ ਨਾਲੋਂ ਅੰਮ੍ਰਿਤ ਦਾ ਸਵਾਦ ਆਇਆ ਉਹਦੇ ਪਾਣੀ ਵਿੱਚੋਂ ਮੈਨੂੰ। ਖੀਰ ਸਮਾਨ ਸਾਗ ਮੈਂ ਪਾਇਆ, ਤੇਰੀ ਖੀਰ ਨਾਲੋਂ ਮਿੱਠਾ ਸਾਗ ਸੀਗਾ, ਸਵਾਦੀ ਸਾਗ ਸੀਗਾ। ਗੁਣ ਗਾਵਤ ਰਹਿਣ ਬਿਹਾਨੀ, ਸਾਰੀ ਰਾਤ ਕਥਾ ਹੋਈ, ਕੀਰਤਨ ਹੋਇਆ, ਪਰਮੇਸ਼ਰ ਦੇ ਗੁਣ ਗਾਏ। ਕੋਈ ਮਾੜੀ ਗੱਲ ਨਹੀਂ ਕੀਤੀ, ਕੋਈ ਨਿੰਦਾ ਚੁਗਲੀ ਨਹੀਂ ਕੀਤੀ। ਤੇਰੇ ਘਰ ਕੀ ਸੀ, ਰਾਜਨੀਤੀ ਦੀਆਂ ਝੂਠੀਆਂ ਗੱਲਾਂ। ਕਬੀਰ ਕੋ ਠਾਕਰਨ ਤੇ ਵਿਨੋਦੀ ਜਾਤ ਨਾ ਕਾਹੂ ਕੀ ਮਾਰ। ਤੋ ਇੱਥੇ ਬਿਦਰ ਦਾਸੀ ਸੁਤ, ਬਿਦਰ ਦਾਸੀ ਦਾ ਪੁੱਤਰ ਸੀ, ਛੋਕ ਛੋਰਾ ਭਾਵ ਸਾਰਿਆਂ ਤੋਂ ਨੀਵਾਂ ਮੰਨਿਆ ਜਾਂਦਾ ਸੀ। ਉਹਨੂੰ ਛੂਣ ਤੋਂ ਵੀ ਇਹ ਭਿੱਟ ਮੰਨਦੇ ਸਨ ਵੀ ਨੀਵੀਂ ਜਾਤ ਦਾ ਹੈ। ਹਾਂਜੀ, ਕ੍ਰਿਸ਼ਨ ਅੰਕ ਗਲ ਲਾਵੈ, ਪਰ ਕ੍ਰਿਸ਼ਨ ਮਹਾਰਾਜ ਨੇ ਗਲ ਨਾ ਲਾ ਲਿਆ, ਆਪਣਾ ਸਤਿਕਾਰ ਦਿੱਤਾ। ਜਲ ਤੇ ਓਪਤ ਭਈ ਹੈ ਕਾਸ਼ਟ। ਸੋ ਸਾਧ ਸੰਗਤ ਜੀ, ਇਹ ਪਦੇ ਦੀ ਇੱਥੇ ਹੀ ਸਮਾਪਤੀ ਹੈ। ਸਮੇਂ ਦੇ ਲਿਹਾਜ਼ ਨਾਲ ਕੱਲ ਨੂੰ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ, ਇਸ ਤੋਂ ਅਗਲੇ ਪਦਿਆਂ ਦੀ ਵਿਚਾਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ